ਜਿਨ੍ਹਾਂ ਵਿਅਕਤੀਆਂ ਦੀਆਂ ਟਿਕਟਾਂ ਕੱਟ ਹੋਣ ਦਾ ਖਦਸ਼ਾ ਸੀ ਉਹਨਾਂ ਨੂੰ ਤਕਰੀਬਨ ਦੁਬਾਰਾ ਟਿਕਟਾਂ ਮਿਲ ਗਈਆਂ। ਸਭ ਤੋਂ ਪ੍ਰਮੁੱਖ ਜਿਹੜਾ ਨਾਮ ਹੈ ਉਹ ਸਿੱਧੂ ਮੂਸੇਵਾਲਾ ਤੇ ਮਾਲਵਿਕਾ ਸੂਦ ਦਾ ਹੈ ਜੀ। ਇਹ ਗਲੇ ਦੀ ਹੱਡੀ ਵੀ ਬਣੇ ਹੋਏ ਸੀ ਕਾਂਗਰਸ ਲਈ ਇਹ ਦੋਨੋਂ ਸੀਟਾਂ। ਵਿਰੋਧ ਵੀ ਬਹੁਤ ਹੋ ਰਿਹਾ ਸੀ ਕਈ ਦਿਨਾਂ ਤੋਂ। ਗਲੇ ਦੀ ਹੱਡੀ ਅਜੇ ਬਣਨਗੇ। ਨੀਲ ਜਾਖੜ ਸ਼ਾਇਦ ਖੁਦ ਵੀ ਚਾਹਵਾਨ ਨਾ ਹੋਣ ਇਲੈਕਸ਼ਨ ਲੜਨ ਦੇ। ਉਹਦੇ ਇੱਕ ਗੱਲ ਪੱਕੀ ਹੈ ਕਿ ਜਦੋਂ ਇਹ ਸੀਟ ਵੰਡ ਹੋ ਰਹੀ ਸੀ, ਟਿਕਟਾਂ ਅਨਾਉਂਸ ਕੀਤੀਆਂ ਜਾ ਰਹੀਆਂ ਸੀ ਤੇ ਸੁਨੀਲ ਜਾਖੜ ਬਿਲਕੁਲ ਉਸ ਮਿਡਲ ਦੇ ਵਿੱਚ ਬੈਠੇ ਹੋਏ ਸਨ। ਯੂਪੀ ਦੇ ਵਿੱਚ ਕਾਂਗਰਸ ਕੋਲ ਹੱਥ ਪਾਉਣ ਲਈ ਕੁਝ ਨਹੀਂ। ਕਾਂਗਰਸ ਅਗਰ ਕਿਤੇ ਨਾ ਉਡਾਉਂਦੀ ਹੈ ਤੇ ਉੱਥੇ ਫਿਰ ਉਹ ਉਹਨਾਂ ਦਾ ਫਸਦਾ ਨਹੀਂ, ਉਹ ਨਿਕਲ ਜਾਂਦਾ ਕਿਉਂਕਿ ਮੁੱਖ ਮੁਕਾਬਲਾ ਉੱਥੇ ਹੋਰ ਪਾਰਟੀਆਂ ਦੇ ਵਿੱਚ। ਪ੍ਰਗਟ ਸਿੰਘ ਦੇ ਵਿਧਾਨ ਸਭਾ ਹਲਕੇ ਜਲੰਧਰ ਛਾਉਣੀ ਦੇ ਵਿੱਚ ਕੈਂਟ ਦੇ ਵਿੱਚ ਇੱਕ ਚੋਣ ਰੈਲੀ ਜਿਹੜੀ ਸੀ ਉਹ ਰੱਖੀ ਗਈ ਸੀ ਜੀ। ਤੇ ਉਹਨਾਂ ਦੇ ਖਾਸਮ ਖਾਸ ਜਿਹੜੇ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਬੈਠ ਕੇ ਇਕੱਠਿਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ। ਸਭ ਕੁਝ ਹੋਇਆ ਸੀ। ਕੇਂਦਰੀ ਹਾਈ ਕਮਾਨ ਨੂੰ ਵੀ ਮਿਲਦੇ ਰਹੇ ਤੇ ਉਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਹਾਜ਼ਰੀ ਨਹੀਂ ਭਰੀ। ਕਹਿੰਦੇ ਨੇ ਕਿ ਨਾਰਾਜ਼ਗੀਆਂ ਉੱਥੋਂ ਵਧੀਆਂ ਨੇ। ਗੁਰਦਾਸਪੁਰ ਵਾਲਿਆਂ ਨੇ ਗਲ ਲਾ ਲਿਆ ਸਨੀ ਦਿਓਲ ਨੂੰ ਤੇ ਵੋਟਾਂ ਪਾਈਆਂ ਠੋਕ ਕੇ, ਤੇ ਦੂਸਰੇ ਪਾਸੇ ਵਾਲੇ ਲੱਭੇ ਨਹੀਂ ਕਿ ਕਿੱਥੇ ਗਏ ਸਾਬਕਾ ਵਿਧਾਇਕ ਜਿਹੜੇ ਸੀ, ਸਾਬਕਾ ਮੈਂਬਰ ਪਾਰਲੀਮੈਂਟ। ਹੁਣ ਜਿਹੜੀ ਰਾਜਨੀਤੀ ਇਸ ਵੇਲੇ ਜੋਗੀ ਆਦਿੱਤਿਆਨਾਥ ਕਰ ਰਹੇ ਨੇ 80-20 ਵਾਲੀ, ਮੈਂ ਤੇ ਉਹ ਅਸੀਂ ਤੇ ਲਫ਼ਜ਼ ਵਰਤਣ ਤੋਂ ਵੀ ਘਬਰਾਉਂਦੇ ਆ ਕਿ ਕਿਹੜੇ ਲਫ਼ਜ਼ ਉਹਨਾਂ ਨੇ ਵਰਤੇ ਨੇ। ਉਹ 80 ਕਿਹਨੂੰ ਕਹਿ ਰਹੇ ਨੇ ਤੇ 20 ਕਿਸ ਨੂੰ ਆਖ ਰਹੇ ਨੇ, ਤੇ ਕਿਸ ਨੂੰ ਮੋਟੀਵੇਟ ਕਰ ਰਹੇ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਲੋਕਤੰਤਰ ਦੇ ਵਿੱਚ ਬਣ ਗਈਆਂ ਨੇ, ਇਹ ਅਨਫੋਰਚੂਨੇਟਲੀ ਸਾਡਾ ਇਹਨਾਂ ਤੋਂ ਛੇਤੀ ਖੜਾ ਛੁੱਟਣ ਵਾਲਾ ਨਹੀਂ। ਯੂਪੀ ਦੇ ਵਿੱਚ ਬੜਾ ਖਾਸ ਕਿਸਮ ਦਾ ਮੌਸਮ ਹੈ। ਉਹ ਮੌਸਮ ਹੈ ਡੱਡੂ ਛੜੱਪਿਆਂ ਦਾ। ਔਰ ਇਸ ਵੇਲੇ ਇੱਥੇ ਭਾਵੇਂ ਕਿ ਸਿਆਲ ਹੈ ਪਰ ਬਰਸਾਤ ਵਾਂਗ ਜਿਹੜਾ ਹੈ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਕੰਮ ਚੱਲ ਰਿਹਾ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਚੋਣਾਂ ਦਾ ਮਾਹੌਲ ਹੈ ਪੂਰਾ ਗਰਮਾਇਆ ਹੋਇਆ ਆ। 5 ਰਾਜਾਂ ਦੇ ਵਿੱਚ ਚੋਣਾਂ ਨੇ। ਪੰਜਾਬ ਕਾਂਗਰਸ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਅੱਜ ਆਪਣੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜੇ ਯੂਪੀ ਵੱਲ ਝਾਤ ਮਾਰੀਏ ਤੇ ਸੱਤਾਧਾਰੀ ਭਾਜਪਾ ਨੇ ਵੀ ਪਹਿਲੇ ਅਤੇ ਦੂਜੇ ਪੜਾਅ ਲਈ ਉਮੀਦਵਾਰ ਜਿਹੜੇ ਨੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਜਿੱਥੇ ਚੋਣਾਂ ਕਰਕੇ ਮਾਹੌਲ ਪੂਰਾ ਗਰਮਾਇਆ ਹੋਇਆ, ਉੱਥੇ ਕਰੋਨਾ ਨੇ ਵੀ ਫਿਕਰਾਂ 'ਚ ਪਾਇਆ ਹੋਇਆ। ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਾਡੇ ਐਕਸਪਰਟ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸਭ ਨੂੰ। ਕੁਲਦੀਪ ਜੀ, ਕੱਲ ਦਾ ਇੰਤਜ਼ਾਰ ਸੀ, ਖਬਰਾਂ ਆ ਰਹੀਆਂ ਸੀ, ਮੀਡੀਆ ਰਿਪੋਰਟਸ ਕਹਿੰਦੀਆਂ ਸੀ ਪੰਜਾਬ ਕਾਂਗਰਸ 70 ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰੇਗੀ, ਪਰ ਅੱਜ ਫਾਈਨਲੀ ਉਹਨਾਂ ਨੇ ਉਮੀਦ ਤੋਂ ਵੀ ਉੱਤੇ 86 ਉਮੀਦਵਾਰ ਜਿਹੜੇ ਨੇ ਮੈਦਾਨ 'ਚ ਉਤਾਰ ਦਿੱਤੇ ਨੇ। ਜੇਕਰ ਸੂਚੀ ਤੇ ਝਾਤ ਮਾਰੀਏ ਤੇ ਕੀ ਲੱਗਦਾ ਆ ਕਿਹਦੀ ਚੱਲੀ ਹੋਊਗੀ ਇਸ ਵੇਲੇ? ਟਿਕਟਾਂ ਵਾਲਾ ਝੋਲਾ ਕਿਹਦੇ ਹੱਥ 'ਚ ਦਿਖਿਆ? ਮੈਨੂੰ ਲੱਗਦਾ ਜੀ ਕਿ ਕਾਂਗਰਸ ਨੇ ਸਾਰੇ ਪਾਸੇ ਛੱਟਾ ਜਿਹਾ ਦੇ ਦਿੱਤਾ। ਜੇ ਕੋਈ ਦਾਅਵੇ ਨਾਲ ਇਹ ਕਹਿ ਸਕੇ ਕਿ ਇਸ ਵਿਅਕਤੀ ਦਾ ਵੱਧ ਜ਼ੋਰ ਰਿਹਾ ਤੇ ਇਸ ਗਰੁੱਪ ਨੂੰ ਜਿਹੜਾ ਹੈ ਮੂਹਰੇ ਰੱਖਿਆ ਗਿਆ ਤੇ ਦੂਸਰੇ ਨੂੰ ਇਗਨੋਰ ਕਰ ਦਿੱਤਾ ਗਿਆ ਜੀ, ਅਜਿਹਾ ਜਾਪਦਾ ਨਹੀਂ ਹੈ। ਜੇ ਓਪਰੀ ਜਿਹੀ ਝਾਤ ਮਾਰੀ ਜਾਵੇ ਤਾਂ ਜਿਨ੍ਹਾਂ ਵਿਅਕਤੀਆਂ ਦੀਆਂ ਟਿਕਟਾਂ ਕੱਟ ਹੋਣ ਦਾ ਖਦਸ਼ਾ ਸੀ ਉਹਨਾਂ ਨੂੰ ਤਕਰੀਬਨ ਦੁਬਾਰਾ ਟਿਕਟਾਂ ਮਿਲ ਗਈਆਂ ਨੇ। ਜਿਹੜੇ ਇਸ ਵੇਲੇ ਮੌਜੂਦਾ ਸਰਕਾਰ ਦੇ ਵਿੱਚ ਮੰਤਰੀ ਨੇ ਤਕਰੀਬਨ ਉਹਨਾਂ ਸਾਰਿਆਂ ਨੂੰ ਟਿਕਟਾਂ ਮਿਲ ਗਈਆਂ ਨੇ ਜੀ। ਬ੍ਰਹਮ ਮਹਿੰਦਰਾ ਦੀ ਜਗ੍ਹਾ ਉਹਨਾਂ ਦੇ ਬੇਟੇ ਨੂੰ ਟਿਕਟ ਜਿਹੜੀ ਹੈ ਦਿੱਤੀ ਗਈ ਹੈ ਪਟਿਆਲਾ ਤੋਂ। ਸੋ ਹੋ ਸਕਦਾ ਹੈ ਕਿ ਸਿੱਧਾ ਮੁਕਾਬਲਾ ਜਿਹੜਾ ਹੈ ਬ੍ਰਹਮ ਮਹਿੰਦਰਾ ਉਹ ਆਪ ਜਿਹੜੀ ਫਾਈਟ ਕਰਨਾ ਚਾਹੁੰਦੇ ਸੀ ਉਹ ਉਸ ਵਿੱਚ ਨਾ ਹੋਣ, ਪਰ ਉਹ ਆਪਣੇ ਬੇਟੇ ਦੇ ਜ਼ਰੀਏ ਇਹਨਾਂ ਇਲੈਕਸ਼ਨਾਂ ਵਿੱਚ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਚੋਣ ਲੜਨਗੇ। ਹੁਣ ਜੇ ਅਸੀਂ ਅੱਗੇ ਚੱਲੀਏ, ਕੁਛ ਇੱਕ ਕਿਆਸ ਰਾਈਆਂ ਤੇ ਵਿਰਾਮ ਲੱਗਾ ਪੱਕੇ ਤੌਰ ਤੇ। ਉਹਨਾਂ ਵਿੱਚ ਇਹ ਸਭ ਤੋਂ ਵੱਡੀ ਕਿਆਸ ਰਾਈ ਇਹ ਸੀ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੂੰ ਚਮਕੌਰ ਸਾਹਿਬ ਤੋਂ ਇਲਾਵਾ ਆਦਮਪੁਰ ਤੋਂ ਜਿਹੜਾ ਰਾਖਵਾਂ ਹਲਕਾ ਹੈ ਉੱਥੋਂ ਵੀ ਉਹਨਾਂ ਨੂੰ ਦੂਸਰੀ ਟਿਕਟ ਜਿਹੜੀ ਹੈ ਮਿਲ ਸਕਦੀ ਹੈ, ਭਾਵ 2 ਹਲਕਿਆਂ ਤੋਂ ਚੋਣ ਲੜ ਸਕਦੇ ਨੇ। ਪਰ ਉੱਥੋਂ ਦੇਖੋ ਆਦਮਪੁਰ ਤੋਂ ਕਿਉਂਕਿ ਅਕਾਲੀਆਂ ਦੇ ਕੋਲ ਇਸ ਵੇਲੇ ਸੀਟ, ਉਹ ਆਦਮਪੁਰ ਤੋਂ ਜਿਹੜਾ ਹੈ ਇਸ ਵਾਰੀ ਨਵੇਂ ਆਏ ਸੁਖਵਿੰਦਰ ਸਿੰਘ ਕੋਟਲੀ ਜਿਹੜੇ ਨੇ ਬਸਪਾ ਛੱਡ ਕੇ ਸ਼ਾਮਲ ਹੋਏ ਨੇ, ਉਹਨਾਂ ਨੂੰ ਟਿਕਟ ਜਿਹੜੀ ਹੈ ਦੇ ਦਿੱਤੀ ਗਈ ਹੈ। ਕਈ ਜਗ੍ਹਾ ਤੇ ਨਵਿਆਂ ਨੂੰ ਜਿਹੜਾ ਹੈ ਲਿਆਉਣ ਦਾ
ਚੱਲਣ ਜਿਹੜਾ ਹੈ ਉਹ ਆਇਆ ਹੈ, ਜਿਸ ਵਿੱਚ ਸਭ ਤੋਂ ਪ੍ਰਮੁੱਖ ਜਿਹੜਾ ਨਾਮ ਹੈ ਉਹ ਸਿੱਧੂ ਮੂਸੇਵਾਲਾ ਤੇ ਮਾਲਵਿਕਾ ਸੂਦ ਦਾ ਹੈ ਜੀ। ਇਹ ਗਲੇ ਦੀ ਹੱਡੀ ਵੀ ਬਣੇ ਹੋਏ ਸੀ ਕਾਂਗਰਸ ਲਈ ਇਹ ਦੋਨੋਂ ਸੀਟਾਂ, ਵਿਰੋਧ ਵੀ ਬਹੁਤ ਹੋ ਰਿਹਾ ਸੀ ਕਈ ਦਿਨਾਂ ਤੋਂ। ਗਲੇ ਦੀ ਹੱਡੀ ਅਜੇ ਬਣਨਗੇ, ਅਜੇ ਪੂਰੀ ਤਰ੍ਹਾਂ ਬਣੇ ਨਹੀਂ, ਪਰ ਹੁਣ ਖੁੱਲ ਕੇ ਜੰਮ ਕੇ ਵਿਰੋਧ ਹੋਵੇਗਾ। ਔਰ ਸਿੱਧੂ ਮੂਸੇਵਾਲਾ ਵੀ ਹੈ, ਇਸੇ ਤਰ੍ਹਾਂ ਅਜੈਬ ਸਿੰਘ ਭੱਟੀ ਦੀ ਟਿਕਟ ਕੱਟੀ ਗਈ ਹੈ ਜੀ। ਉਹ ਜ਼ਿਆਦਾ ਜਿਹੜੇ ਸੀ ਉਹਨਾਂ ਦੀ ਜਗ੍ਹਾ ਤੇ ਜਿਹੜਾ ਸੀ ਹੋਰ ਉਮੀਦਵਾਰ ਨੂੰ ਲੈ ਆਂਦਾ ਗਿਆ। ਆਮ ਆਦਮੀ ਪਾਰਟੀ ਵਿੱਚੋਂ ਆਏ ਤੇ ਹੋਰਨਾਂ ਪਾਰਟੀਆਂ ਦੇ ਵਿੱਚੋਂ ਆਇਆ ਹੋਇਆਂ ਨੂੰ ਤਕਰੀਬਨ ਨੁਮਾਇੰਦਗੀ ਜਿਹੜੀ ਹੈ ਉਹ ਮਿਲ ਗਈ ਹੈ ਜੀ। ਔਰ ਦੋ ਇਸ ਦੇ ਵਿੱਚੋਂ ਸੀਟਾਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਇਹ ਕਹਿ ਸਕਦੇ ਸਿੱਧੂ ਮੂਸੇਵਾਲੇ ਦੀ ਜਿਹੜੀ ਤੇ ਮਾਲਵਿਕਾ ਸੂਦ ਦੀ ਅਸੀਂ ਗੱਲ ਕੀਤੀ ਹੈ, ਭੁਲੱਥਾਂ ਤੋਂ ਟਿਕਟ ਜਿਹੜੀ ਹੈ ਉਹ ਬਿਲਕੁਲ ਅਨਾਉਂਸ ਕੀਤੀ ਹੈ। ਔਰ ਸਰਕਾਰ ਨੇ ਜਾਂ ਕਿ ਕੇਂਦਰ ਦੀ ਹਾਈ ਕਮਾਨ ਨੇ ਆਪਣੀ ਸੋਲੀਡੈਰਿਟੀ ਜਿਹੜੀ ਹੈ ਸੁਖਪਾਲ ਸਿੰਘ ਖਹਿਰਾ ਦੇ ਨਾਲ ਸ਼ੋਅ ਕੀਤੀ ਹੈ। ਇਸ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਡੈਫੀਨੇਟਲੀ, ਭਾਵੇਂ ਉਹ ਜੇਲ੍ਹ ਦੇ ਵਿੱਚ ਨੇ, ਇਨਫੋਰਸਮੈਂਟ ਡਾਇਰੈਕਟਰ ਨੇ ਉਹਨਾਂ ਨੂੰ ਘੇਰਿਆ ਹੋਇਆ ਤੇ ਭਾਵੇਂ ਉਹ ਉੱਥੇ ਬੈਠੇ ਹੀ ਚੋਣ ਲੜਨਗੇ ਜਾਂ ਉਹਨਾਂ ਨੂੰ ਜ਼ਮਾਨਤ ਮਿਲੇਗੀ ਇਸ ਗੱਲ ਦਾ ਪਤਾ ਨਹੀਂ, ਪਰ ਉਹਨਾਂ ਨੂੰ ਡੈਫੀਨੇਟਲੀ ਅੱਜ ਜਿਹੜੀ ਹੈ ਇਹ ਖੁਸ਼ੀ ਦੀ ਖਬਰ ਮਿਲੀ ਹੋਵੇਗੀ ਤੇ ਉਹਨਾਂ ਨੂੰ ਰਾਹਤ ਮਿਲੀ ਹੋਵੇਗੀ। ਇਹ ਇੱਕ ਗੱਲ ਹੈ। ਹੁਣ ਮੋਗੇ ਤੋਂ ਜਿਹੜੀ ਕਹਾਣੀ ਹੈ, ਸਭ ਤੋਂ ਵੱਡੀ ਬਗਾਵਤ ਜਿਹੜੀ ਹੈ ਇੱਥੋਂ ਹੋ ਸਕਦੀ ਹੈ, ਪਰ ਨਵਾਂ ਚਿਹਰਾ ਮਾਲਵਿਕਾ ਸੂਦ ਤੇ ਨਾਲ ਸੋਨੂ ਸੂਦ ਦਾ ਨਾਮ। ਮਾਲਵਿਕਾ ਸੂਦ ਜੇ ਉਸ ਦੇ ਨਾਮ ਦੇ ਨਾਲ ਸੂਦ ਨਾ ਲੱਗਾ ਹੋਵੇ ਤੇ ਉਹ ਸੋਨੂ ਸੂਦ ਦੀ ਭੈਣ ਨਾ ਹੋਵੇ ਤੇ ਬਿਲਕੁਲ ਨਵਾਂ ਚਿਹਰਾ, ਜਿਹੜੇ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਉਹਨਾਂ ਨੂੰ ਟਿਕਟ ਮਿਲ ਵੀ ਸਕਦੀ ਤੇ ਉਹਨਾਂ ਵਿੱਚ ਗਿਣਤੀ ਆਉਂਦੀ ਹੈ ਜੀ। ਹਰਜੋਤ ਕਮਲ ਜਿਹੜੇ ਨੇ ਪੁਰਾਣੇ ਆਗੂ ਨੇ ਔਰ ਉਹਨਾਂ ਦਾ ਨਾਮ ਜਿਹੜਾ ਹੈ ਇਸ ਤਰ੍ਹਾਂ ਭੁਲਾ ਕੇ ਵਿਸਾਰ ਕੇ, ਔਰ ਉਹਨਾਂ ਨੇ ਬਿਲਕੁਲ ਆਖਿਆ ਵੀ ਹੋਇਆ ਸੀ ਕਿ ਜੇ ਮੈਨੂੰ ਟਿਕਟ ਨਾ ਦਿੱਤੀ ਗਈ ਤੇ ਫਿਰ ਮੈਂ ਬਗਾਵਤ ਕਰ ਸਕਦਾ ਹਾਂ, ਕੁਝ ਵੀ ਕਰ ਸਕਦਾ। ਫਿਰ ਉਹਨਾਂ ਨੂੰ ਜਿਹੜਾ ਹੈ ਇੱਕ ਪਾਸੇ ਕੀਤਾ ਗਿਆ। ਇਹ ਇੱਕ ਵੱਡਾ ਜਿਹੜਾ ਹੈ ਮੈਂ ਸਮਝਦਾ ਕਿ ਫਰਕ ਇਸ ਵਿੱਚ ਵੇਖਣ ਨੂੰ ਮਿਲਿਆ ਜੀ। ਹੋਰ ਜਿਨ੍ਹਾਂ ਲੋਕਾਂ ਦੇ ਨਾਮ ਜਿਹੜੇ ਹੌਲੀ ਇਹਨਾਂ ਤੇ ਗੱਲਬਾਤ ਕਰਦੇ ਰਵਾਂਗੇ। ਜੇਕਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਗੱਲ ਕਰੀਏ ਤੇ ਕਿਤੇ ਨਾਂ ਦਿਖਿਆ ਨਹੀਂ ਅੱਜ ਉਹਨਾਂ ਦਾ ਜੀ। ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਭਤੀਜੇ ਨੂੰ ਜਿਹੜਾ ਹੈ ਟਿਕਟ ਦਿੱਤੀ ਗਈ ਹੈ। ਜਾਖੜ ਪਰਿਵਾਰ ਨੂੰ ਨੁਮਾਇੰਦਗੀ ਹੈ, ਭਾਵੇਂ ਕਿ ਜਾਖੜ ਪਰਿਵਾਰ ਇਕਜੁੱਟ ਹੀ ਰਿਹਾ ਹੈ ਸ਼ੁਰੂ ਤੋਂ, ਚਟਾਲਿਆਂ ਵਾਲਾ ਹਾਲ ਨਹੀਂ ਹੈ ਤੇ ਨਾ ਬਾਦਲਾਂ ਵਾਲਾ ਹਾਲ ਹੈ। ਪਰ ਸੁਨੀਲ ਜਾਖੜ ਸ਼ਾਇਦ ਖੁਦ ਵੀ ਚਾਹਵਾਨ ਨਾ ਹੋਣ ਇਲੈਕਸ਼ਨ ਲੜਨ ਦੇ। ਉਸਦੇ ਇੱਕ ਗੱਲ ਪੱਕੀ ਹੈ ਕਿ ਜਦੋਂ ਇਹ ਸੀਟ ਵੰਡ ਹੋ ਰਹੀ ਸੀ, ਟਿਕਟਾਂ ਅਨਾਉਂਸ ਕੀਤੀਆਂ ਜਾ ਰਹੀਆਂ ਸੀ ਤੇ ਸੁਨੀਲ ਜਾਖੜ ਬਿਲਕੁਲ ਉਸ ਮਿਡਲ ਦੇ ਵਿੱਚ ਬੈਠੇ ਹੋਏ ਸਨ ਜੀ। ਸਾਬਕਾ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਇਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਉਹ ਨਾਰਾਜ਼ ਹੋਣ, ਕਈ ਮੁੱਦਿਆਂ ਤੇ ਪੜਾਸ ਕੱਢਦੇ ਰਹੇ ਹੋਣ, ਪਰ ਇਸ ਸਭ ਕੁਝ ਦੇ ਵਿੱਚੋਂ ਸ਼ਾਮਲ ਸਨ ਤੇ ਕਾਂਗਰਸ ਦੀ ਕੇਂਦਰੀ ਹਾਈ ਕਮਾਨ ਨੇ ਉਹਨਾਂ ਨੂੰ ਬਿਲਕੁਲ ਉੱਥੇ ਮੌਜੂਦ ਰੱਖਿਆ ਹੋਇਆ ਸੀ ਜੀ। ਕੁਲਦੀਪ ਜੀ ਜੇ 86 ਸੀਟਾਂ ਵੱਲ ਝਾਤੀ ਮਾਰੀਏ ਤੇ ਸਿਰਫ 9 ਔਰਤਾਂ ਇਹਦੇ ਚ ਸ਼ਾਮਿਲ ਨੇ, ਉਹ ਵੀ ਉਹ ਔਰਤਾਂ ਜਿਹੜੀਆਂ ਸਿਆਸੀ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੀਆਂ ਨੇ। ਸਿੱਧੂ ਸਾਹਿਬ ਹੋਰਾਂ ਨੇ ਐਡੇ ਐਲਾਨ ਔਰਤਾਂ ਲਈ ਕੀਤੇ, ਪਰ ਫਿਰ ਔਰਤਾਂ ਨੂੰ ਉਮੀਦਵਾਰਾਂ ਦੀ ਸੂਚੀ 'ਚ ਬਹੁਤੀ ਜਗ੍ਹਾ ਨਹੀਂ ਦਿੱਤੀ ਗਈ। ਦੂਸਰੇ ਪਾਸੇ ਤੁਸੀਂ ਦੇਖੋ ਸਵਲੀਨ, ਤੁਸੀਂ ਬਿਲਕੁਲ ਠੀਕ ਪੁਆਇੰਟ ਉਠਾਇਆ। ਦੂਸਰੇ ਪਾਸੇ ਯੂਪੀ ਦੇ ਵਿੱਚ ਪ੍ਰਚਾਰਿਆ ਇਹ ਜਾ ਰਿਹਾ ਹੈ ਪ੍ਰਿੰਕਾ ਗਾਂਧੀ ਵੱਲੋਂ ਕਿ ਅਸੀਂ ਔਰਤਾਂ ਨੂੰ ਵੱਧ ਨੁਮਾਇੰਦਗੀ ਦੇ ਰਹੇ ਹਾਂ ਜੀ, ਭਾਵੇਂ ਕਿ ਪੱਤਾ ਖੇਡਣ ਵਾਲੀ ਗੱਲ ਹੀ ਹੋਵੇ। ਪਰ ਉਹਨਾਂ ਨੇ 125 ਚੋਂ 50 ਔਰਤਾਂ ਵੀ ਤੇ ਐਲਾਨ ਕੀਤੀਆਂ, ਇੱਧਰ ਤੇ ਸਿਰਫ 9 ਨਜ਼ਰ ਆਈਆਂ ਅੱਜ। ਮੈਂ ਉਹੀ ਗੱਲ ਕਰਦਾ ਜੀ ਕਿ ਤੁਸੀਂ ਦੇਖੋ ਕਿ ਇਹ ਪੱਤਾ ਖੇਡਣ ਵਾਲੀ ਗੱਲ ਹੈ। ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਤੇ ਚੋਣ ਜਿੱਤਣ ਲਈ ਕਿਹੜੇ ਪੈਂਤੜੇ ਦੀ ਲੋੜ ਪਏਗੀ, ਇਸ ਗੱਲ ਦਾ ਧਿਆਨ ਵਧੇਰੇ ਕੀਤਾ ਜਾਂਦਾ ਹੈ, ਨਾ ਕਿ ਇਸ ਗੱਲ ਨੂੰ ਵੀ ਕਿ ਦੇਖੋ ਜੀ ਉਸ ਨੂੰ ਵੀ ਨੁਮਾਇੰਦਗੀ ਦੇਣੀ ਹੈ, ਇਹਨੂੰ ਵੀ ਨੁਮਾਇੰਦਗੀ ਦੇਣੀ ਹੈ। ਉਹ ਸਿਰਫ ਖਾਨਾ ਪੂਰਤੀਆਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਜੀ। ਔਰ ਤੁਸੀਂ ਦੇਖੋ ਯੂਪੀ ਦੇ ਵਿੱਚ ਕਾਂਗਰਸ ਕੋਲ ਹੱਥ ਪਾਉਣ ਲਈ ਕੁਝ ਨਹੀਂ ਹੈ। ਕਾਂਗਰਸ ਅਗਰ ਕਿਤੇ ਨਾ ਉਡਾਉਂਦੀ ਹੈ ਤੇ ਉੱਥੇ ਫਿਰ ਉਹ ਉਹਨਾਂ ਦਾ ਫਸਦਾ ਨਹੀਂ, ਉਹ ਨਿਕਲ ਜਾਂਦਾ, ਕਿਉਂਕਿ ਮੁੱਖ ਮੁਕਾਬਲਾ ਉੱਥੇ ਹੋਰ ਪਾਰਟੀਆਂ ਦੇ ਵਿੱਚ, ਉਹਦੀ ਬਾਅਦ ਵਿੱਚ ਗੱਲ ਕਰਦੇ ਹਾਂ। ਪਰ ਪੰਜਾਬ ਦੀ ਗੱਲ ਇਹ ਹੈ ਕਿ ਜੇ ਤਾਂ ਪੰਜਾਬ ਵਿੱਚ ਇਹੋ ਜਿਹੇ ਸਮੀਕਰਨ ਹੁੰਦੇ ਕਿ ਇੱਥੇ ਔਰਤਾਂ ਨੂੰ ਵੱਧ ਨੁਮਾਇੰਦਗੀ ਦੇਣ ਨਾਲ ਜਿਹੜਾ ਹੈ ਉਹ ਵੋਟਾਂ ਦੀ ਗੱਲ ਜਾਂ ਹੇਰ ਫੇਰ ਦਾ ਫਰਕ ਹੋ ਸਕਦਾ ਸੀ। ਪਰ ਅਜੇ ਕੁਝ ਅਨਾਉਂਸ ਕਰਨੀਆਂ ਵੀ ਹਨ, ਪਰ ਮੈਨੂੰ ਲੱਗਦਾ ਨਹੀਂ ਕਿ ਹੁਣ ਬਹੁਤੀ ਜ਼ਿਆਦਾ ਨੁਮਾਇੰਦਗੀ ਦਿੱਤੀ ਜਾ ਸਕੇਗੀ ਜੀ। ਪਰ ਜ਼ਾਹਿਰਾ ਤੌਰ ਤੇ ਜਿਵੇਂ ਤੁਸੀਂ ਆਖਿਆ ਕਿ ਇੱਕ ਪਾਸੇ ਤੇ ਬੱਸਾਂ ਵਿੱਚ ਕਿਰਾਏ ਦਾ ਹੈ, ਪੈਨਸ਼ਨ ਹੈ, ਹੋਰ ਸਾਰੀਆਂ ਸਹੂਲਤਾਂ ਨੇ, ਇਹ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਮੇਰਾ ਖਿਆਲ ਹੈ ਕਿ ਟਿਕਟਾਂ ਘੱਟ ਦੇ ਕੇ ਇਹ ਕੋਈ ਬਹੁਤਾ ਚੰਗਾ ਰੁਝਾਨ ਪੈਦਾ ਨਹੀਂ ਕੀਤਾ ਕਾਂਗਰਸ ਨੇ। ਇਸ ਵਿੱਚ ਕੋਈ ਉਹਨਾਂ ਨੇ ਦੇਖਿਆ ਨਹੀਂ ਇਸ ਤਰ੍ਹਾਂ ਦਾ ਕਿ ਇਸ ਦਾ ਕੋਈ ਉਹਨਾਂ ਨੂੰ ਡਾਇਰੈਕਟ ਫਾਇਦਾ ਹੋ ਸਕਦਾ ਹੈ ਕਿ ਔਰਤਾਂ ਦੀ ਗੱਲ ਕਰਾਂਗੇ ਤੇ ਸਾਨੂੰ ਕੋਈ ਵੋਟ ਪੈ ਸਕਦੀ ਹੈ, ਜਾਂ ਸ਼ਾਇਦ ਧਿਆਨ ਨਾ ਦਿੱਤਾ ਹੋਵੇ, ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ। ਪਰ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਅਜੇ ਸਿਰਫ ਪਹਿਲੀ ਸੂਚੀ ਆਈ ਹੈ ਕਾਂਗਰਸ ਦੀ, ਅਜੇ 86 ਦੇ ਆਏ ਤੇ 117 ਉਹਨਾਂ ਨੇ ਟੋਟਲ ਐਲਾਨਣੇ ਨੇ
ਤੇ ਇਹ ਜਿਹੜੇ 31 ਉਮੀਦਵਾਰ ਅਜੇ ਰਹਿੰਦੇ ਨੇ ਉਹਨਾਂ ਵਿੱਚ ਅਜੇ ਕੁਝ ਵੀ ਹੋ ਸਕਦਾ ਹੈ ਜੀ। ਹੁਣ ਜੇ ਇਹਨਾਂ ਦੇ ਵਿੱਚੋਂ ਕਾਂਗਰਸ ਦਾ ਜੋ ਪੁਰਾਣੀ ਰਵਾਇਤ ਹੈ ਇਹਨਾਂ ਵਿੱਚੋਂ ਬਦਲੀ ਵੀ ਕੀਤੇ ਜਾਂਦੇ ਨੇ। ਕਈਆਂ ਨੇ ਇਤਰਾਜ਼ ਕਰਨਾ ਹੈ, ਫਿਰ ਇੱਕ ਨੂੰ ਛੱਡ ਕੇ ਦੂਸਰੇ ਨੂੰ ਫਿਰ ਬਦਲਿਆ ਜਾਵੇਗਾ। ਇਸ ਤਰ੍ਹਾਂ ਦਾ ਕੰਮ ਕਾਂਗਰਸ ਕਰਦੀ ਰਹੀ ਹੈ, ਪਰ ਸਮਾਂ ਬਹੁਤ ਘੱਟ ਹੈ। ਹੁਣ ਜਿਹੜੇ ਲੋਕ ਨਾਰਾਜ਼ ਹੋਏ ਨੇ ਉਹਨਾਂ ਨੂੰ ਕਿਵੇਂ ਮਨਾਉਣਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਪਰ ਜਿਹੜੀਆਂ ਪ੍ਰਮੁੱਖ ਟਿਕਟਾਂ ਹੈ, ਨਵਜੋਤ ਸਿੰਘ ਸਿੱਧੂ ਦੀ ਮੈਂ ਗੱਲ ਕਰਨੀ ਚਾਹਾਂਗਾ। ਜੀ ਬਿਲਕੁਲ, ਮੈਂ ਵੀ ਉਹਨਾਂ ਦੀ ਗੱਲ ਕਰਨ ਲੱਗੀ ਸੀ। ਉਹਨਾਂ ਨੂੰ ਤਾਂ ਕੈਪਟਨ ਸਾਹਿਬ ਨੇ ਲਲਕਾਰਾ ਮਾਰਿਆ ਸੀ ਕਿ ਆਪ ਪਟਿਆਲੇ ਤੋਂ ਮੇਰੇ ਸਾਹਮਣੇ ਚੋਣ ਲੜ ਤੇ ਉਹ ਅੰਮ੍ਰਿਤਸਰ ਪੂਰਬੀ ਤੋਂ ਸੀਟ ਲੈ ਕੇ ਬਹਿ ਗਏ ਨੇ। ਖੁਸ਼ ਹੋ ਜਾਣਗੇ, ਟਿਕ ਜਾਣਗੇ ਹੁਣ ਉਹ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਟਿਕਟ ਉਹਨਾਂ ਨੇ ਲੈ ਲਈ ਹੈ। ਤੁਹਾਡੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਾਲੇ ਸਵਾਲ ਦਾ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਜੀ। ਕੈਪਟਨ ਅਮਰਿੰਦਰ ਸਿੰਘ ਨੇ ਤੇ ਇੱਕ ਵਾਰੀ ਬੜਕ ਮਾਰੀ ਸੀ, ਪਰ ਉਸ ਬੜਕ ਤੇ ਦੁਬਾਰਾ ਵੀ ਉਹਨਾਂ ਨੇ ਚੈਲੰਜ ਉਹਨਾਂ ਨੂੰ ਨਹੀਂ ਕੀਤਾ। ਪਰ ਉਹ ਗੱਲ ਉਦੋਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤੇ ਸਾਰੇ ਵਾਗਾਂ ਜਿਹੜੀਆਂ ਸੀ ਉਹਨਾਂ ਦੇ ਹੱਥ ਵਿੱਚ ਸਨ, ਸਾਰੀਆਂ ਚਾਲਾਂ ਉਹਨਾਂ ਨੇ ਚੱਲਣੀਆਂ ਸਨ। ਤੇ ਅੱਜ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਨੇ ਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਵੀ ਨਹੀਂ, ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਹੈ ਜੀ। ਸੋ ਮੈਨੂੰ ਲੱਗਦਾ ਨਹੀਂ ਕਿ ਉਹ ਸਮੀਕਰਨ ਉਹ ਨੇ ਜੋ ਉਸ ਵੇਲੇ ਸਨ। ਪਰ ਕੈਪਟਨ ਅਮਰਿੰਦਰ ਸਿੰਘ ਨੇ ਬੜੇ, ਮੈਂ ਸਮਝਦਾ ਕਿ ਹਲਕੇ ਪੱਧਰ ਦੀ ਉਹ ਇੱਕ ਗੱਲ ਕੀਤੀ ਸੀ ਕਿ ਤੂੰ ਮੁਕਾਬਲਾ ਕਰਕੇ ਦੇਖ ਲਾ। ਇਸ ਤਰ੍ਹਾਂ ਦਾ ਮੁਕਾਬਲਾ ਕਰਕੇ ਦੇਖਣਾ ਇਹ ਕੋਈ ਗੱਲ ਨਹੀਂ ਬਣਦੀ। ਜਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਕਈ ਜਗ੍ਹਾ ਤੇ ਹੁਣੇ ਨਹੀਂ 5 ਵਾਰ ਦੇ ਵਿਧਾਇਕ ਜਿਹੜੇ ਰਹੇ ਨੇ ਉਹਨਾਂ ਨੂੰ ਇਗਨੋਰ ਕੀਤਾ, ਹੋਰ ਕਈ ਜਗ੍ਹਾ ਤੇ ਕਈ ਹੋਰ ਪਾਰਟੀਆਂ ਨੇ ਵੀ। ਇੱਥੇ ਦੇਖਿਆ ਮੌਜੂਦਾ ਹਾਲਾਤ ਹੀ ਜਾਂਦੇ ਨੇ ਜੀ। ਮੌਜੂਦਾ ਹਾਲਾਤ ਇਹ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਸਟਰੋਂਗ ਹੈ ਤੇ ਕੈਪਟਨ ਅਮਰਿੰਦਰ ਸਿੰਘ ਕਮਜ਼ੋਰ ਨੇ। ਸਿਆਸੀ ਗਰਾਊਂਡ ਉਹਨਾਂ ਨੂੰ ਲੱਭ ਨਹੀਂ ਰਹੀ ਹੈ। ਸੋ ਉਹ ਗੱਲ, ਇਸ ਗੱਲ ਤੋਂ ਅਸੀਂ ਇਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੀਏ ਕਿ ਅੰਮ੍ਰਿਤਸਰ ਤੋਂ ਹੀ ਜਿਸ ਨੂੰ ਆਪਣਾ ਘਰ ਬਣਾਇਆ ਹੋਇਆ ਹੈ ਕੁਲਦੀਪ ਜੀ, ਨਵਜੋਤ ਸਿੰਘ ਸਿੱਧੂ ਤੇ ਅਸੀਂ ਵਿਸਥਾਰ 'ਚ ਆ ਕੇ ਗੱਲ ਕਰਦੇ ਹਾਂ। ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਅਸੀਂ ਕਰ ਰਹੇ ਸੀ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ, ਜਿਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਚੋਂ ਸੀਟ ਮਿਲ ਚੁੱਕੀ ਹੈ, ਉਮੀਦਵਾਰ ਐਲਾਨੇ ਜਾ ਚੁੱਕੇ ਨੇ ਤੇ ਕਿੰਨੇ ਕੁ ਖੁਸ਼ ਜਾਪ ਰਹੇ ਹੋਣਗੇ ਉਹ ਇਸ ਸੀਟ ਨੂੰ ਹਾਸਲ ਕਰਕੇ। ਕੋਈ ਬਹੁਤੀ ਖੁਸ਼ੀ ਨਹੀਂ, ਕੋਈ ਅਲੋਕਾਰੀ ਗੱਲ ਨਹੀਂ ਹੈ ਨਵਜੋਤ ਸਿੰਘ ਸਿੱਧੂ ਵਾਸਤੇ। ਪਰ ਮੈਂ ਤੇ ਉਹ ਟਵੀਟ ਜਿਹੜਾ ਉਹਨਾਂ ਨੇ 1-2 ਦਿਨ ਪਹਿਲਾਂ ਕੀਤਾ ਸੀ ਕਿ ਅਸੀਂ 5 ਸਾਲਾਂ ਦੇ ਵਿੱਚ ਬੇਅਦਬੀ ਦਾ ਇਨਸਾਫ ਨਹੀਂ ਦੇ ਸਕੇ, ਅਸੀਂ ਆਹ ਕੰਮ ਨਹੀਂ ਕਰ ਸਕੇ, ਬਿਜਲੀ ਦੇ ਸਮਝੌਤੇ ਫਲਾਂ ਕੰਮ ਜਿਹੜੇ ਹਨ ਉਹ ਰੋਜ਼ਗਾਰ ਨਹੀਂ ਦੇ ਸਕੇ, ਇਹ 5 ਸਾਲ ਦੇ ਜਿਹੜੀ ਗੱਲਾਂ ਹਨ, ਮੈਂ ਕਿਸੇ ਅਹੁਦੇ ਲਈ ਫਾਈਟ ਨਹੀਂ ਕਰਨੀ, ਉਹ ਗੱਲਾਂ ਫਿਰ ਹੁਣ ਕਿੱਥੇ ਗਈਆਂ? ਇਹ ਕਿਹੜੇ ਅਹੁਦੇ ਲਈ ਫਾਈਟ ਕਰਨਗੇ? ਇੱਕ ਗੱਲ ਤੇ ਸੀ ਕਿ ਨਵਜੋਤ ਸਿੰਘ ਸਿੱਧੂ, ਮੇਰਾ ਖਿਆਲ ਹੈ ਕਿ ਸ਼ਾਇਦ ਜੇ ਚਾਹੁੰਦੇ ਤੇ 2 ਸੀਟਾਂ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਪਤਨੀ ਦੇ ਉੱਤੇ ਉਹਨਾਂ ਨੂੰ ਮਿਲ ਸਕਦੀਆਂ ਸਨ। ਇਸ ਤਰ੍ਹਾਂ ਦੀ ਸਥਿਤੀ ਹੈ। ਪਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇਸ ਵੇਲੇ ਅੰਮ੍ਰਿਤਸਰ ਦੇ ਪੂਰਬੀ ਤੋਂ ਚੋਣ ਲੜਨਗੇ ਤੇ ਹੁਣ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੋਵੇਗਾ, ਇਹ ਇੰਟਰਸਟਿੰਗ ਗੱਲ ਹੋਵੇਗੀ। ਨਵਜੋਤ ਸਿੰਘ ਸਿੱਧੂ ਕੀ ਕਾਂਗਰਸ ਦੀ ਝੋਲੀ ਵਿੱਚ ਪੱਕੇ ਤੌਰ ਤੇ ਬੈਠੇ ਰਹਿਣਗੇ? ਜੇ ਭਗਵੰਤ ਮਾਨ ਦੀ ਕੱਲ ਤੱਕ ਦੀ ਇਸ ਗੱਲਬਾਤ ਸੁਣੀ ਜਾਵੇ ਤੇ ਉਹ ਨਵਜੋਤ ਸਿੰਘ ਸਿੱਧੂ ਬਾਰੇ ਸਨਸਨੀ ਉਹਨਾਂ ਨੇ ਪੂਰੀ ਤਰ੍ਹਾਂ ਬਣਾਈ ਰੱਖੀ ਹੈ ਕਿ ਕੋਈ ਧਮਾਕਾ ਹੋ ਸਕਦਾ ਹੈ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਸਬੂਤ ਹੈ ਜਾਂ ਕੋਈ ਇਹੋ ਜਿਹੀ ਇੰਟਿਊਸ਼ਨ ਹੈ, ਉਹ ਕਹਿੰਦੇ ਦੇਖੋ ਜੀ, ਜਿਸ ਤਰ੍ਹਾਂ ਦੇ ਉਹਨਾਂ ਨੇ ਟਵੀਟ ਕੀਤੇ ਉਸ ਤਰ੍ਹਾਂ ਤੋਂ ਲੱਗਦਾ ਕਿ ਕੁਝ ਨਾ ਕੁਝ ਉਹ ਕਰਨਗੇ। ਪਰ ਨਵਜੋਤ ਸਿੰਘ ਸਿੱਧੂ ਨੂੰ ਤੇ ਇੰਨੇ ਟਵੀਟ ਕੀਤੇ ਨੇ ਪਿਛਲੇ 6-7 ਮਹੀਨਿਆਂ ਦੇ ਵਿੱਚ, ਸ਼ਾਇਦ ਉਹਨਾਂ ਨੂੰ ਵੀ ਭੁੱਲ ਗਿਆ ਹੋਵੇਗਾ ਕਿ ਮੈਂ ਕਿਹੜੇ ਟਵੀਟ ਵਿੱਚ ਕੀ ਆਖਿਆ। ਮੈਂ ਕਿਸੇ ਅਹੁਦੇ ਲਈ ਨਹੀਂ, ਮੈਂ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਰਿਹਾ, ਜੇ ਇਸ ਤਰ੍ਹਾਂ ਨਾ ਹੋਇਆ ਤਾਂ ਮੈਂ ਅਹੁਦਾ ਛੱਡ ਦੇਵਾਂਗਾ, ਜੇ ਇਸ ਤਰ੍ਹਾਂ ਨਾ ਹੋਇਆ ਤਾਂ ਮੈਂ ਇਲੈਕਸ਼ਨ ਨਹੀਂ ਫਾਈਟ ਕਰਨੀ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਮੈਨੂੰ ਲੱਗਦਾ ਹੈ ਕਿ ਇਮੋਸ਼ਨਲ ਇੱਕ ਸਿਸਟਮ ਦੇ ਤਹਿਤ ਆਖ ਜਾਂਦੇ ਨੇ, ਪਰ ਉਹਨਾਂ ਦਾ ਕੋਈ ਬੇਸਿਸ ਨਹੀਂ ਹੁੰਦਾ। ਪਰ ਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਕੋਲ ਮੈਨੂੰ ਲੱਗਦਾ ਹੈ ਕਿ ਕਿਤੇ ਹੋਣ ਜਾਣ ਦਾ ਸਮਾਂ ਬਚਿਆ ਨਹੀਂ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਚੋਣ ਨਿਸ਼ਾਨ ਪੰਜੇ ਦੇ ਤਹਿਤ ਹੀ ਨਵਜੋਤ ਸਿੰਘ ਸਿੱਧੂ ਫਾਈਟ ਕਰਨਗੇ ਤੇ ਫਿਰ ਇੰਟਰਸਟਿੰਗ ਸਮੀਕਰਨ ਜਿਹੜੇ ਨੇ ਉਹ ਬਾਅਦ ਵਿੱਚ ਬਣ ਸਕਦੇ ਨੇ। ਜੇ ਕਾਂਗਰਸ ਪਾਰਟੀ ਜਿੱਤਦੀ ਹੈ ਤੇ ਮੁੱਖ ਮੰਤਰੀ ਦੇ ਚਿਹਰੇ ਲਈ, ਜਿਹੜੀ ਮੁੱਖ ਮੰਤਰੀ ਦੀ ਕੁਰਸੀ ਲਈ ਜਿਹੜੀ ਖਿੱਚੋਤਾਣ ਹੋਵੇਗੀ ਉਹ ਫਿਰ ਦੇਖਣ ਵਾਲੀ ਹੋਵੇਗੀ। ਪਰ ਅਜੇ ਤੱਕ ਆਪਣੇ ਵੱਲੋਂ ਅਸੀਂ ਕੁਝ ਨਾ ਆਖੀਏ, ਪਰ ਮੈਂ ਇੱਥੇ ਕੁਝ ਗੱਲਾਂ ਆਖਣੀ ਚਾਹੁੰਦਾ ਕਿ ਜੇ ਨਵਜੋਤ ਸਿੰਘ ਸਿੱਧੂ ਸ਼ਾਇਦ ਖੁਸ਼ ਹੋਣ ਤੇ ਸ਼ਾਇਦ ਕੁਝ ਗੱਲਾਂ ਕਰਕੇ ਉਹ ਪਿੱਛੇ ਵੀ ਹੋਣ। ਸੁਖਪਾਲ ਸਿੰਘ ਖਹਿਰਾ ਦੀ ਗੱਲ ਕੀਤੀ ਹੈ, ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਪੂਰਾ ਸ਼ਿਕੰਜਾ ਕੈਪਟਨ ਅਮਰਿੰਦਰ ਸਿੰਘ ਤੇ ਟਾਈਟ ਕੀਤਾ ਹੋਇਆ ਸੀ, ਕੇਂਦਰੀ ਹਾਈ ਕਮਾਨ ਤੋਂ ਲੈ ਕੇ ਤੇ ਰਾਵਤ ਤੱਕ,
ਤੇ ਉਸ ਦਿਨ ਸੁਖਪਾਲ ਸਿੰਘ ਖਹਿਰਾ ਤੇ ਦੋ ਆਪ ਦੇ ਵਿਧਾਇਕਾਂ ਨੂੰ ਨਾਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਜਿਹੜਾ ਕੀਤਾ ਸੀ ਕਿ ਦੇਖੋ ਮੈਂ ਇਹਨਾਂ ਨੂੰ ਵਿਅਕਤੀਆਂ ਨੂੰ ਆਪਣੇ ਨਾਲ ਲੈ ਆਂਦਾ। ਸੁਖਪਾਲ ਸਿੰਘ ਖਹਿਰਾ ਨੂੰ ਨਾਲ ਜੋੜ ਲਿਆ। ਇਸੇ ਤਰ੍ਹਾਂ ਸ਼ਾਹਕੋਟ ਤੋਂ ਵਿਧਾਇਕ ਨੇ, ਉਹਨਾਂ ਨੂੰ ਵੀ ਟਿਕਟ ਦੁਬਾਰਾ ਮਿਲ ਗਈ ਹੈ। ਹੁਣ ਬ੍ਰਹਮ ਮਹਿੰਦਰਾ ਨੂੰ ਵੀ ਰਿਪਰੈਜ਼ੈਂਟੇਸ਼ਨ ਮਿਲ ਗਈ ਹੈ, ਰਾਣਾ ਕੇਪੀ ਨੂੰ ਵੀ ਮਿਲ ਗਈ ਹੈ, ਹੋਰ ਕਈ ਉਹਨਾਂ ਦੇ ਸਹਿਯੋਗੀ। ਹੁਣ ਸੁੰਦਰ ਸ਼ਾਮ ਅਰੋੜਾ ਹੁਸ਼ਿਆਰਪੁਰ ਤੋਂ ਜਿਹੜੇ ਨੇ ਉਹ ਮੰਤਰੀ ਸਨ, ਉਹਨਾਂ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ, ਟਿਕਟ ਉਹਨਾਂ ਨੂੰ ਫੇਰ ਮਿਲ ਗਈ ਹੈ। ਰਾਣਾ ਗੁਰਜੀਤ ਸਿੰਘ ਨੂੰ ਵੀ ਮਿਲ ਗਈ ਹੈ ਟਿਕਟ। ਅਜੇ ਨਕੋਦਰ ਦਾ ਫੈਸਲਾ ਹੋਣਾ, ਉੱਥੇ ਸਮੀਕਰਨ ਮਾੜੇ ਮੋਟੇ ਹੋਰ ਨੇ, ਪਰ ਓਵਰਆਲ ਜੇ ਕਹੀਏ ਕਿ ਕੈਪਟਨ ਅਮਰਿੰਦਰ ਗਰੁੱਪ ਨੂੰ ਅੱਖੋਂ ਪਰੋਖੇ ਕੀਤਾ ਗਿਆ, ਅਜਿਹਾ ਬਿਲਕੁਲ ਵੀ ਨਹੀਂ ਹੋਇਆ। ਹਾਂ, ਕੁਝ ਇੱਕ ਟਿਕਟਾਂ ਜਿਹੜੀਆਂ ਹਨ ਉਹ ਕੈਲਕੂਲੇਸ਼ਨ ਦੇ ਆਧਾਰ ਤੇ ਮੈਂ ਸਮਝਦਾ ਕਿ ਉਹ ਕੱਟੀਆਂ ਕੁੱਟੀਆਂ ਗਈਆਂ ਨੇ। ਇਸ ਵਿੱਚ ਧੜੇਬੰਦੀ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ ਕਿ ਫਲਾਣੇ ਦਾ ਪਾਸਾ ਭਾਰੀ ਰਿਹਾ ਤੇ ਫਲਾਣੇ ਨੂੰ ਜਿਹੜਾ ਇਗਨੋਰ ਕਰ ਦਿੱਤਾ ਗਿਆ। ਇਸ ਤਰ੍ਹਾਂ ਬਿਲਕੁਲ ਨਹੀਂ ਲੱਗਦਾ। ਪਰ ਨਵਜੋਤ ਸਿੰਘ ਸਿੱਧੂ ਦੀ ਠੀਕ ਠਾਕ ਝੱਲੀ ਜਾਪਦੀ ਹੈ, ਪਰ ਬਹੁਤੀ ਜ਼ਿਆਦਾ ਨਹੀਂ। ਸਾਰਿਆਂ ਨੂੰ ਖੁਸ਼ ਕਰਨ ਦਾ ਜਿਹੜਾ ਕੰਮ ਹੈ ਉਹ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਕੀ ਖੁਸ਼ ਰਹਿਣਗੇ ਜਾਂ ਆਉਣ ਵਾਲੇ 1 ਮਹੀਨੇ ਤੱਕ ਇਸੇ ਪੰਜੇ ਦੇ ਚੋਣ ਨਿਸ਼ਾਨ ਤਹਿਤ ਚੋਣ ਲੜਨਗੇ, ਇਸ ਗੱਲ ਦਾ ਵੀ ਕੋਈ ਪਤਾ ਨਹੀਂ ਹੈ। ਪਰ ਪਿਛਲੀ ਗੱਲ ਦਾ ਜਵਾਬ ਉਹਨਾਂ ਤੋਂ ਇੱਕ ਲੈਣਾ ਬਣਦਾ ਹੈ ਕਿ ਪਿਛਲੀ ਵਾਰੀ ਵੀ ਲੋਕਾਂ ਨੇ ਉਹਨਾਂ ਨੂੰ ਵਿਧਾਇਕ ਬਣਾਇਆ ਸੀ ਤੇ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਸੀ, ਅਸਤੀਫਾ ਦੇ ਕੇ ਬਾਹਰ ਬੈਠ ਕੇ ਮੁੱਦੇ ਉਠਾਉਂਦੇ ਰਹੇ, ਤੇ ਹੁਣ ਉਹ ਲੋਕਾਂ ਮੂਹਰੇ ਕੀ ਕਹਿ ਕੇ ਦੁਬਾਰਾ ਵੋਟਾਂ ਮੰਗਣਗੇ। ਭਾਵੇਂ ਕਿ ਜਿੱਤ ਜਾਣਗੇ, ਉਹਨਾਂ ਦਾ ਇਸ ਤਰ੍ਹਾਂ ਦਾ ਸਿਸਟਮ ਹੈ, ਹੋ ਸਕਦਾ ਹੈ ਕਿ ਮਜ਼ਬੂਤ ਉਮੀਦਵਾਰ ਨੇ, ਉਹ ਜਿੱਤਣ ਦੇ ਚਾਂਸਸ ਉਹਨਾਂ ਦੇ ਕਾਫੀ ਨੇ। ਪਰ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਦੁਆਰਾ ਪੁੱਛਣਾ ਤਾਂ ਬਣਦਾ ਹੈ ਕਿ ਭਾਈ ਅਸੀਂ ਤੁਹਾਨੂੰ ਅਸੈਂਬਲੀ ਦੇ ਵਿੱਚ ਪਹੁੰਚਾਇਆ ਸੀ, ਤੁਸੀਂ ਕਿਹੜੇ ਮੁੱਦੇ ਤੇ ਕਿਹੜੀ ਗੱਲੋਂ ਨਾਰਾਜ਼ ਹੋ ਗਏ, ਪਰ ਤੁਸੀਂ ਵਿਧਾਇਕੀ ਤਾਂ ਫੇਰ ਨਹੀਂ ਛੱਡੀ, ਮੰਤਰੀ ਮੰਡਲ ਤਾਂ ਭਾਵੇਂ ਛੱਡ ਦਿੱਤਾ ਹੋਵੇ, ਜਾਂ ਤਾਂ ਤੁਸੀਂ ਸਰਕਾਰ ਤੋਂ ਪੂਰਨ ਤੌਰ ਤੇ ਲਾਂਭੇ ਹੋ ਜਾਂਦੇ ਤੇ ਤੁਸੀਂ ਜਿਹੜਾ ਸੀਟ ਜਿੱਤੀ ਹੋਈ ਸੀ ਉਹ ਕਿਸੇ ਨੂੰ ਛੱਡ ਦਿੰਦੇ, ਅਸੀਂ ਦੁਬਾਰਾ ਵੋਟਾਂ ਹੁੰਦੀਆਂ, ਬਾਈ ਇਲੈਕਸ਼ਨ ਹੁੰਦੀਆਂ ਤੇ ਨਵਾਂ ਉਮੀਦਵਾਰ ਅਸੀਂ ਕੋਈ ਬਣਾ ਲੈਂਦੇ। ਤੁਸੀਂ ਅਜਿਹਾ ਕੀਤਾ ਨਹੀਂ, ਤੁਸੀਂ ਸਾਡੇ ਰਿਪਰੈਜ਼ੈਂਟੇਟਿਵ ਵੀ ਬਣੇ ਰਹੇ ਤੇ ਸਾਡੇ ਲਈ ਕੋਈ ਕੰਮ ਵੀ ਨਾ ਹੋਇਆ। ਸ਼ਾਇਦ ਹੁਣ ਆ ਕੇ ਕੁਝ ਕੀਤੇ ਵੀ ਹੋਣ, ਪਰ ਨਵਜੋਤ ਸਿੰਘ ਸਿੱਧੂ ਲਈ ਇਸ ਵੇਲੇ ਉਹ ਰਸਤੇ ਤੇ ਖੜੇ ਹੋਣਗੇ, ਫਿੰਗਰਸ ਕ੍ਰੋਸਡ ਨੇ। ਪਰ ਹੁਣ ਥੋੜਾ ਸਮਾਂ ਬਚਿਆ ਕਿ ਜਦੋਂ ਕਿਤੇ ਕੋਈ ਪਲਟੀ ਮਾਰਨਗੇ, ਮੈਨੂੰ ਲੱਗਦਾ ਨਹੀਂ ਕਿਸੇ ਪਾਸੇ ਜਾਣਗੇ। ਤੇ ਸਾਨੂੰ ਹੁਣ ਇਹ ਮੰਨ ਲੈਣਾ ਚਾਹੀਦਾ ਕਿ ਚੋਣ ਨਿਸ਼ਾਨ ਪੰਜਾ ਹੀ ਉਹਨਾਂ ਦਾ ਨਿਸ਼ਾਨ ਹੋਵੇਗਾ, ਘੱਟੋ ਘੱਟ 1.5 ਮਹੀਨੇ ਲਈ। ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਮੰਨੇ ਜਾਂਦੇ ਪ੍ਰਗਟ ਸਿੰਘ ਦੀ ਗੱਲ ਵੀ ਮੈਂ ਇੱਥੇ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੂੰ ਜਲੰਧਰ ਕੈਂਟ ਤੋਂ ਅੱਜ ਉਮੀਦਵਾਰ ਐਲਾਨਿਆ ਗਿਆ। ਅਕਸਰ ਹੀ ਕੁਲਦੀਪ ਜੀ ਅਸੀਂ ਦੇਖਿਆ ਕਿ ਇੱਕ ਦੂਜੇ ਦੀ ਹਾਂ 'ਚ ਹਾਂ ਭਰਦੇ ਨਜ਼ਰ ਆਉਂਦੇ ਸੀ, ਹਾਮੀਆਂ ਭਰਦੇ ਸੀ, ਹੁੰਗਾਰਾ ਵੀ ਇੱਕ ਦੂਜੇ ਦਾ ਨਾਲ ਭਰਦੇ ਸੀ, ਪਰ ਹੁਣ ਕੁਛ ਦੇਰ ਤੋਂ ਚੁੱਪ ਜੇ ਨਜ਼ਰ ਆ ਰਹੇ ਨੇ ਕਿ ਇੱਕ ਦੂਜੇ ਨਾਲ ਰੁੱਸ ਗਏ ਨੇ। ਅਸਲ ਵਿੱਚ ਜੋ ਮਾਹਿਰ ਕਹਿੰਦੇ ਨੇ, ਉਹ ਕਹਿੰਦੇ ਨੇ ਕਿ 17 ਦਸੰਬਰ ਨੂੰ ਦੋਵਾਂ ਦਰਮਿਆਨ ਨਾਰਾਜ਼ਗੀ ਦਾ ਮੁੱਢ ਵੱਜ ਗਿਆ। 17 ਦਸੰਬਰ ਨੂੰ ਪ੍ਰਗਟ ਸਿੰਘ ਦੇ ਵਿਧਾਨ ਸਭਾ ਹਲਕੇ ਜਲੰਧਰ ਛਾਉਣੀ ਦੇ ਵਿੱਚ, ਕੈਂਟ ਦੇ ਵਿੱਚ ਇੱਕ ਚੋਣ ਰੈਲੀ ਜਿਹੜੀ ਸੀ ਉਹ ਰੱਖੀ ਗਈ ਸੀ ਤੇ ਉਹਨਾਂ ਦੇ ਖਾਸਮ ਖਾਸ ਜਿਹੜੇ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਬੈਠ ਕੇ ਇਕੱਠਿਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ। ਸਭ ਕੁਝ ਹੋਇਆ ਸੀ, ਕੇਂਦਰੀ ਹਾਈ ਕਮਾਨ ਨੂੰ ਵੀ ਮਿਲਦੇ ਰਹੇ ਤੇ ਉਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਹਾਜ਼ਰੀ ਨਹੀਂ ਭਰੀ। ਕਹਿੰਦੇ ਨੇ ਕਿ ਨਾਰਾਜ਼ਗੀਆਂ ਉੱਥੋਂ ਵਧੀਆਂ ਨੇ, ਜਦ ਕਿ ਪ੍ਰਗਟ ਸਿੰਘ ਪਹਿਲਾਂ ਲੋਕਾਂ ਨੂੰ ਇਨਵਾਈਟ ਕਰਨ ਵੇਲੇ ਕਹਿ ਚੁੱਕੇ ਸੀ ਕਿ ਰੈਲੀ ਵਿੱਚ ਆਓ, ਲਿਆਓ ਸਾਰਿਆਂ ਨੂੰ, ਸਪੋਰਟਰਾਂ ਨੂੰ ਲਿਆਓ, ਸ਼ਕਤੀ ਪ੍ਰਦਰਸ਼ਨ ਕਰੀਏ, ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਆ ਰਹੇ ਨੇ। ਆਪਣੇ ਫੇਸਬੁੱਕ ਅਕਾਊਂਟ ਤੋਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਤੇ ਸਿੱਧੂ ਸਾਹਿਬ ਆਏ ਨਾ। ਸਿੱਧੂ ਸਾਹਿਬ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਮੌਕੇ ਤੇ ਪਹੁੰਚਦੇ ਨਹੀਂ ਤੇ ਉਹ ਕਿਤੇ ਹੋਰ ਗਏ ਹੁੰਦੇ ਨੇ, ਵੈਸ਼ਨੋ ਦੇਵੀ ਦੀ ਯਾਤਰਾ ਤੇ ਕਦੀ ਕਿਤੇ ਗਏ ਹੁੰਦੇ ਨੇ, ਬਹੁਤ ਕੁਝ ਜਾਂਦੇ ਨੇ, ਕਈ ਪਾਸੇ ਜਾਂਦੇ ਨੇ। ਪਰ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਮਿਸ ਕਰ ਜਾਣ, ਜਿੰਨੇ ਐਕਟਿਵ ਉਹ ਤੇ ਜਿੰਨੇ ਜ਼ਿਆਦਾ ਘੁੰਮਦੇ ਫਿਰਦੇ ਨੇ, ਉਹ ਇਸ ਗੱਲ ਨੂੰ ਸਮਝਣ ਤੋਂ ਅਸਮਰੱਥ ਹੈ ਕਿ ਪ੍ਰਗਟ ਸਿੰਘ ਦੀ ਰੈਲੀ ਵਿੱਚ ਉਹ ਕਿਉਂ ਨਹੀਂ ਆਏ। ਸ਼ਾਇਦ ਕੋਈ ਹੋਰ ਸਮੀਕਰਨ ਹੋਣਗੇ ਉਦੋਂ। ਪਰ ਹੁਣ ਪ੍ਰਗਟ ਸਿੰਘ ਥੋੜਾ ਉਹਨਾਂ ਦੀ ਵਿਰੋਧਤਾ ਦੇ ਵਿੱਚ ਜਿਹੜੇ ਹਨ ਉਹ ਦੂਰੀਆਂ ਜਿਹੜੀਆਂ ਹਨ ਉਹ ਸਾਹਮਣੇ ਆ ਰਹੀਆਂ ਨੇ। ਪ੍ਰਗਟ ਸਿੰਘ ਨੇ ਜਿਹੜਾ ਹੈ, ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੁਆਰਾ ਪੰਜਾਬ ਮਾਡਲ ਪੇਸ਼ ਕੀਤਾ ਜਾ ਰਿਹਾ, ਉਸ ਦੀ ਉਹਨਾਂ ਨੇ ਥੋੜੀ ਜਿਹੀ ਅੰਦਰ ਖਾਤੇ ਵਿਰੋਧਤਾ ਕੀਤੀ ਹੈ। ਹੁਣ ਹਾਈ ਕਮਾਨ ਵੱਲੋਂ ਥਾਪੇ 4 ਕਾਰਜਕਾਰੀ ਪ੍ਰਧਾਨ ਵੀ ਜਿਹੜੇ ਹਨ, ਉਹ ਸਿੱਧੂ ਜਿਹੜੇ ਹਨ ਉਹ ਉਹਨਾਂ ਦੇ ਨਾਲ ਨਹੀਂ, ਉਹ ਇਸ ਪੰਜਾਬ ਮਾਡਲ ਦੇ ਮੁੱਦੇ ਤੇ ਉਹਨਾਂ ਤੋਂ ਪਿੱਛੇ ਨਜ਼ਰ ਵੇਖੇ ਜਾ ਸਕਦੇ ਨੇ। ਹੁਣ ਸਿੱਧੂ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਫੇਸਬੁੱਕ ਪੇਜ ਨੂੰ ਦੇਖੀਏ ਤਾਂ ਜਿੱਤੇਗਾ ਪੰਜਾਬ ਤੇ ਇਸ਼ਾਰਾ ਕੀਤਾ ਗਿਆ ਹੈ ਤੇ ਇਸ਼ਾਰਾ ਕੀਤਾ ਗਿਆ ਕਿ ਸੂਬੇ 'ਚ ਅਗਲੀ ਸਰਕਾਰ ਸਿੱਧੂ ਦੀ ਆਵੇਗੀ। ਸਿੱਧੂ ਨੇ ਸੁਨੇਹੇ 'ਚ ਲਿਖਿਆ ਕਿ ਸਾਫ਼ ਤੇ ਪਾਕ ਕਿਰਦਾਰ ਆਵੇਗੀ ਸਿੱਧੂ ਸਰਕਾਰ, ਜਿੱਤੇਗਾ ਪੰਜਾਬ ਇਸ ਵਾਰ। ਹੁਣ ਜੇ ਤੁਸੀਂ ਯਾਦ ਕਰੋ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਮੰਗ ਚਰਨਜੀਤ ਸਿੰਘ ਚੰਨੀ
ਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕਰਦੇ ਆ ਰਹੇ ਨੇ ਜੀ ਕਿ ਪਹਿਲਾਂ ਐਲਾਨੋ ਚਿਹਰਾ, ਪਰ ਕਾਂਗਰਸ ਹਾਈਕਮਾਨ ਇਸ ਤੋਂ ਪਿੱਛੇ ਹਟੀ ਜਾਪਦੀ ਹੈ। ਜੀ ਕਾਂਗਰਸ ਪਾਰਟੀ ਨੇ ਰਵਾਇਤਾਂ ਇਹ ਜਿਹੜੀਆਂ ਹਨ ਉਹ ਦੱਸੀਆਂ ਹੋਈਆਂ ਨੇ ਕਿ ਅਸੀਂ ਪਹਿਲਾਂ ਚਿਹਰਾ ਨਹੀਂ ਐਲਾਨਣਾ, ਜਦਕਿ 2017 ਦੇ ਵਿੱਚ ਉਹਨਾਂ ਨੇ ਐਲਾਨਿਆ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ। ਪ੍ਰਗਟ ਸਿੰਘ ਪੰਜਾਬ ਮਾਡਲ ਨਾਲ ਵੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਤੇ ਨਵਜੋਤ ਸਿੰਘ ਸਿੱਧੂ ਦੁਆਰਾ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਜਾਣ ਨੂੰ ਵੀ ਬਹੁਤਾ ਸਹੀ ਨਹੀਂ ਸਮਝ ਰਹੇ। ਪੰਜਾਬ ਮਾਡਲ ਬਾਰੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਦੇਖੋ ਜਿਹੜੀਆਂ ਗੱਲਾਂ ਕਰਦੇ ਨੇ ਉਹ ਠੀਕ ਨੇ, ਪਰ ਇਸ ਤਰ੍ਹਾਂ ਰਾਤੋਂ ਰਾਤ ਨਹੀਂ ਬਦਲ ਹੋ ਸਕਦਾ, ਇਸ ਵਾਸਤੇ ਬੜਾ ਲੰਬਾ ਸਮਾਂ ਚਾਹੀਦਾ, ਬਹੁਤ ਸਾਰੇ ਕੰਮ ਨੇ। ਸੋ ਸਿੱਧੀ ਮੁਖਾਲਫਤ ਅਜੇ ਨਹੀਂ ਹੈ, ਪਰ ਨਾਰਾਜ਼ਗੀ ਅੰਦਰੋਂ ਅੰਦਰੀ ਹੈ। ਪ੍ਰਗਟ ਸਿੰਘ ਆਪਣੇ ਹਲਕੇ ਦੇ ਵਿੱਚ ਵੀ ਉਹਨਾਂ ਨੂੰ ਜ਼ੋਰਦਾਰ ਮੁਕਾਬਲੇ ਦਾ ਸਾਹਮਣਾ ਹੈ, ਸਾਨੂੰ ਮੰਨ ਲੈਣਾ ਚਾਹੀਦਾ। ਅਕਾਲੀ ਦਲ ਨੇ ਬਹੁਤ ਮਜ਼ਬੂਤ ਉਮੀਦਵਾਰ ਜਿਹੜਾ ਉੱਥੇ ਲੈ ਕੇ ਆਂਦਾ ਤੇ ਉੱਥੇ ਵੇਖਿਆ ਜਾ ਸਕਦਾ ਹੈ। ਭਾਜਪਾ ਵੱਲੋਂ ਵੀ ਸਰਬਜੀਤ ਸਿੰਘ ਮੱਕੜ ਜਿਹੜੇ ਨੇ ਉੱਥੋਂ ਇਲੈਕਸ਼ਨ ਫਾਈਟ ਕਰ ਸਕਦੇ ਨੇ, ਔਰ ਇੱਕ ਬੜਾ ਅਹਿਮ ਇਲਾਕਾ ਹੈ ਤੇ ਇੱਥੇ ਇੰਟਰਸਟਿੰਗ ਫਾਈਟ ਹੋਵੇਗੀ। ਪਰ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਵਿਚਕਾਰ ਦਰਮਿਆਨ ਸਭ ਅੱਛਾ ਨਹੀਂ, ਇਹ ਸਾਨੂੰ ਹੁਣ ਇਸ ਗੱਲ ਦੇ ਪੱਕੇ ਸੰਕੇਤ ਨੇ। ਕੁਲਦੀਪ ਜੀ, ਮੈਂ ਭਰਾ ਵਰਸਸ ਭਰਾ ਵਾਲੀ ਸੀਟ ਦੀ ਵੀ ਗੱਲ ਕਰਨਾ ਚਾਹੁੰਦੀ ਹਾਂ। ਮਾਝੇ ਵਾਲੇ ਦੋ ਭਾਊਆਂ ਦੀ, ਪ੍ਰਤਾਪ ਸਿੰਘ ਬਾਜਵਾ ਨੂੰ ਕਾਦੀਆਂ ਤੋਂ ਸੀਟ ਅੱਜ ਮਿਲ ਗਈ ਹੈ ਤੇ ਫਤਿਹ ਜੰਗ ਸਿੰਘ ਬਾਜਵਾ ਭਾਜਪਾ ਵੱਲ ਚਲੇ ਗਏ ਨੇ, ਤੇ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਉੱਥੇ ਰਹਿਣਗੇ ਇਸ ਵਾਰੀ? ਦੇਖੋ, ਤੁਸੀਂ ਗੱਲ ਕੀਤੀ ਹੈ ਮਾਝੇ ਦੇ ਦੋ ਭਾਊਆਂ ਦੀ। ਸਾਡੇ ਗੁਰਦਾਸਪੁਰ ਵਾਲੇ ਭੈਣ ਭਰਾ ਜਿਹੜੇ ਨੇ ਉਹਨਾਂ ਦਾ ਅੰਦਾਜ਼ਾ ਲਾਉਣਾ ਇੰਨਾ ਸੌਖਾ ਨਹੀਂ ਹੈ। ਹੁਣ ਇਹ ਉਹੀ ਹਲਕਾ ਹੈ ਲੋਕ ਸਭਾ ਦਾ ਜਿੱਥੋਂ ਵਿਨੋਦ ਖੰਨਾ ਮੈਂਬਰ ਪਾਰਲੀਮੈਂਟ ਹੋਇਆ ਕਰਦੇ ਸਨ, ਬਾਲੀਵੁੱਡ ਦੀ ਨਗਰੀ ਤੋਂ ਆਏ ਹੋਏ ਅਦਾਕਾਰ, ਪਰ ਕੁਝ ਕੰਮ ਵੀ ਉਹਨਾਂ ਨੇ, ਉਹ ਕੁਝ ਹੋਰ ਹਿਸਾਬ ਦੇ ਵਿਅਕਤੀ ਸਨ, ਲੋਕਾਂ ਦੇ ਨਾਲ ਵਿਚਰ ਕੇ ਚੱਲਦੇ ਸਨ। ਉਹਨਾਂ ਦੀ ਮੌਤ ਹੋ ਜਾਂਦੀ ਹੈ, ਫਿਰ ਬਾਈ ਇਲੈਕਸ਼ਨ ਹੁੰਦੀ ਹੈ, ਫਿਰ ਬਾਹਰਲੇ ਉਮੀਦਵਾਰ ਆ ਜਾਂਦੇ ਨੇ। ਫਿਰ ਜਦੋਂ ਲੋਕ ਸਭਾ ਦੀ ਅਸਲੀ ਇਲੈਕਸ਼ਨ ਆਉਂਦੀ ਹੈ ਤੇ ਸਨੀ ਦਿਓਲ ਦੇ ਤੌਰ ਤੇ ਇੱਕ ਚਿਹਰਾ ਜਿਹੜਾ ਹੈ ਬਾਲੀਵੁੱਡ ਤੋਂ ਲਿਆ ਕੇ ਉੱਥੇ ਪੈਰਾਸ਼ੂਟ ਨਾਲ ਉਤਾਰਿਆ ਜਾਂਦਾ ਜੀ। ਹੁਣ ਗੁਰਦਾਸਪੁਰ ਵਾਲਿਆਂ ਨੇ ਗੱਲ ਲਾ ਲਿਆ ਸਨੀ ਦਿਓਲ ਨੂੰ ਤੇ ਵੋਟਾਂ ਪਾਈਆਂ ਠੋਕ ਕੇ, ਤੇ ਦੂਸਰੇ ਪਾਸੇ ਵਾਲੇ ਲੱਭੇ ਨਹੀਂ ਕਿ ਕਿੱਥੇ ਗਏ। ਸਾਬਕਾ ਵਿਧਾਇਕ ਜਿਹੜੇ ਸੀ, ਸਾਬਕਾ ਮੈਂਬਰ ਪਾਰਲੀਮੈਂਟ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਪ੍ਰਤਾਪ ਸਿੰਘ ਬਾਜਵਾ ਜਿਹੜੇ ਹਨ ਉਹ ਕਾਂਗਰਸ ਦੇ ਉਮੀਦਵਾਰ ਮੈਂ ਸਮਝਦਾ ਕਿ ਸਟਰੋਂਗ ਹੋਣਗੇ। ਫਤਿਹ ਜੰਗ ਬਾਜਵਾ ਭਾਜਪਾ ਵਿੱਚ ਗਏ ਨੇ, ਉਹਨਾਂ ਦੀ ਆਪਣੀ ਨਾਰਾਜ਼ਗੀ ਹੈ ਕਿ ਉਹਨਾਂ ਨੂੰ ਸ਼ਾਇਦ ਉਹ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਕਾਂਗਰਸ ਪਾਰਟੀ ਨਹੀਂ ਦੇ ਸਕੀ। ਦੂਸਰੇ ਭਰਾ ਦਾ ਹੱਥ ਜਿਹੜਾ ਉਹ ਜ਼ਿਆਦਾ ਮਜ਼ਬੂਤ ਰਿਹਾ ਤੇ ਲੜਕਿਆਂ ਨੂੰ ਪੁਲਿਸ ਦੀਆਂ ਨੌਕਰੀਆਂ ਜਿਹੜੀਆਂ ਮਿਲੀਆਂ ਹੋਈਆਂ ਵਾਪਸ ਕਰਨੀਆਂ ਪਈਆਂ ਜੀ। ਇਹ ਗੱਲਾਂ ਦੀ ਨਾਰਾਜ਼ਗੀ ਉਹਨਾਂ ਕੋਲ ਜ਼ਰੂਰ ਹੈ, ਪਰ ਜ਼ਿਆਦਾ ਸਿਆਸੀ ਗਰਾਊਂਡ ਜਿਹੜੀ ਮਜ਼ਬੂਤ ਹੈ ਉਹ ਪ੍ਰਤਾਪ ਸਿੰਘ ਬਾਜਵਾ ਦੀ ਹੀ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਬਾਜਵਾ, ਇਹ ਵੀ ਆਪਣੀਆਂ ਸੀਟਾਂ ਦੇ ਵਿੱਚ ਇਹਨਾਂ ਨੂੰ ਟਿਕਟਾਂ ਮਿਲ ਚੁੱਕੀਆਂ ਨੇ, ਰਿਪਰੈਜ਼ੈਂਟ ਉਹ ਵੀ ਕਰਨਗੇ। ਸੋ ਇਹ ਤਿਕੜੀ ਜੇ ਬਣੀ ਰਹੇਗੀ ਮੈਨੂੰ ਲੱਗਦਾ, ਪਰ ਫਤਿਹ ਜੰਗ ਬਾਜਵਾ ਫਾਈਟ ਦੇਣਗੇ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਭਾਜਪਾ ਦਾ ਜੇ ਤੇ ਸਥਿਤੀਆਂ ਆਮ ਜਿਹੀ ਸਥਿਤੀ ਹੋਵੇ ਤੇ ਕੋਈ ਗੱਲ ਨਹੀਂ, ਪਰ ਜਦੋਂ ਅਸੀਂ ਦੇਖਦੇ ਹਾਂ ਭਾਜਪਾ ਦੀ ਗੱਲ ਇਸ ਵੇਲੇ ਜੋ ਕਿਸਾਨ ਅੰਦੋਲਨ ਦੇ ਸਮੇਂ ਹੋਇਆ ਜਾਂ ਉਸ ਤੋਂ ਬਾਅਦ ਹੋ ਰਿਹਾ, ਭਾਜਪਾ ਆਪਣੇ ਤੌਰ ਤੇ ਉਹਨਾਂ ਦਾ ਵੋਟ ਸ਼ੇਅਰ ਵਧਣ ਦੀ ਆਸ ਹੈ ਜੀ। ਉਸਦੇ ਕਾਰਨ ਹੋਰ ਵੀ ਨੇ। ਪਹਿਲਾਂ ਅਕਾਲੀ ਦਲ ਨਾਲ ਸਮਝੌਤਾ ਹੋਇਆ ਕਰਦਾ ਸੀ ਤੇ ਹੁਣ ਉਹਨਾਂ ਦੇ ਆਪਣੇ ਹੀ ਕਲੀਅਰ ਕੱਟ ਜਿਹੜੀ ਆਪਣੀ ਉਹਨਾਂ ਦੀ ਵੋਟ ਹੈ ਉਹ ਸਾਹਮਣੇ ਆਵੇਗੀ। ਉਹਨਾਂ ਦਾ ਵੋਟ ਸ਼ੇਅਰ ਵੱਧ ਸਕਦਾ ਹੈ ਕਿਉਂਕਿ ਉਹਨਾਂ ਨੇ ਸਿਰ ਖੁਦ ਹੋ ਕੇ ਹੁਣ ਇਸ ਵਾਰੀ ਪੰਜਾਬ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈ ਇਹ ਹਿੱਸਾ ਲਿਆ ਹੈ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਉਹਨਾਂ ਦਾ ਸਮਝੌਤਾ ਵਗੈਰਾ ਹੋ ਰਿਹਾ, ਪਰ ਜਿੱਥੇ ਜਿੱਥੇ ਭਾਜਪਾ ਦੇ ਖੁਦ ਉਮੀਦਵਾਰ ਨੇ ਉੱਥੇ ਉਹਨਾਂ ਨੂੰ ਕੁਝ ਵੋਟਾਂ ਤਾਂ ਜ਼ਿਆਦਾ ਮਿਲਣਗੀਆਂ, ਪਰ ਜ਼ਿਆਦਾ ਆਸ ਉਹਨਾਂ ਤੋਂ ਅਜੇ ਨਹੀਂ ਰੱਖਣੀ ਚਾਹੀਦੀ। ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਮੈਂ ਸਮਝਦਾ ਕਿ ਜ਼ਿਆਦਾ ਮਜ਼ਬੂਤ ਗਰਾਊਂਡ ਤੇ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਯੂਪੀ ਦੇ ਵਿੱਚ ਵੀ ਪੰਜਾਬ ਦੇ ਨਾਲ ਹੀ ਚੋਣਾਂ ਆ ਤੇ ਮਾਹੌਲ ਉੱਥੇ ਵੀ ਬੜਾ ਗਰਮ ਆ। ਸੱਤਾਧਾਰੀ ਭਾਜਪਾ ਨੇ ਅੱਜ ਪਹਿਲੇ ਤੇ ਦੂਜੇ ਪੜਾਅ ਲਈ ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਨੇ। ਯੋਗੀ ਆਦਿੱਤਿਆਨਾਥ ਦੀ ਜਿਹੜੀ ਸੀਟ ਹੈ ਉਹ ਵੀ ਐਲਾਨੀ ਗਈ ਹੈ। ਕਿੰਨੀ ਕੁ ਮਜ਼ਬੂਤ ਸਥਿਤੀ 'ਚ ਲੱਗ ਰਹੇ ਨੇ ਇਸ ਵਾਰ ਯੋਗੀ ਆਦਿੱਤਿਆਨਾਥ? ਯੋਗੀ ਆਦਿੱਤਿਆਨਾਥ ਪਹਿਲਾਂ ਜਿੰਨੀ ਮਜ਼ਬੂਤ ਸਥਿਤੀ ਵਿੱਚ ਨਹੀਂ ਨੇ, ਪਰ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਕੋਈ ਮੁਸੀਬਤਾਂ ਦਾ ਸਾਹਮਣਾ ਹੈ, ਇਹ ਗੱਲ ਵੀ ਅਸੀਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਜੀ। 2017 ਦੇ ਨਤੀਜਿਆਂ ਤੇ ਅਗਰ ਝਾਤ ਮਾਰੀਏ
ਤੇ 403 ਵਿੱਚੋਂ 312 ਜਿਹੜੀਆਂ ਹਨ ਉਹ ਭਾਜਪਾ ਨੇ ਜਿੱਤ ਲਈਆਂ ਸਨ ਜੀ। ਪਾਰਟੀ ਨੂੰ 40% ਵੋਟਾਂ ਕੁੱਲ ਦੇ ਵਿੱਚੋਂ ਜਿਹੜੀਆਂ ਹਨ ਉਹਨਾਂ ਦਾ ਵੋਟ ਪ੍ਰਤੀਸ਼ਤ ਰਹਿ ਗਿਆ। ਹੁਣ ਇਹਨਾਂ ਦੇ ਵਿੱਚੋਂ 312 ਦੇ ਵਿੱਚੋਂ ਇੰਟਰਸਟਿੰਗ ਜਿਹੜੀ ਸਭ ਤੋਂ ਦਿਲਚਸਪ ਗੱਲ ਹੈ ਸਮਝਣ ਵਾਲੀ ਕਿ 312 ਚੋਂ 19 ਵਿਅਕਤੀ ਹੀ ਉਹ ਸਨ ਜਿਨ੍ਹਾਂ ਨੇ ਦੂਜੀ ਵਾਰ ਕੋਈ ਜਾਂ ਤੀਜੀ ਵਾਰ ਸੀਟ ਤੇ ਜਿੱਤ ਹਾਸਲ ਕੀਤੀ। ਉਹਨਾਂ ਵਿੱਚੋਂ ਬਾਕੀ ਸਾਰੇ ਜਿਹੜੇ ਹਨ ਉਹ ਸਾਰੇ ਨਵੇਂ ਵਿਧਾਇਕ ਸਨ। ਇਹਨਾਂ 19 ਦੇ ਵਿੱਚੋਂ ਵੀ 9 ਵਿਅਕਤੀ ਉਹ ਸਨ ਜੋ ਦੂਜੀ ਪਾਰਟੀਆਂ ਦੇ ਵਿੱਚੋਂ ਟੁੱਟ ਕੇ ਐਨ ਮੌਕੇ ਤੇ ਯੋਗੀ ਦੀ ਸਰਕਾਰ ਦੇ ਵਿੱਚ ਸ਼ਾਮਲ ਹੋਏ ਸੀ ਜੀ। ਲੋਕ ਸਭਾ ਦੇ ਸਭ ਤੋਂ ਵੱਧ ਮੈਂਬਰ ਨੇ ਇੱਥੋਂ 20 ਕਰੋੜ ਦੇ ਲਾਗੇ ਬਸੋਂ ਹੈ ਤੇ ਦਿੱਲੀ ਦੇ ਨਾਲ ਕੌਮੀ ਰਾਜਧਾਨੀ ਦੇ ਨਾਲ ਬਾਰਡਰ ਵੀ ਲੱਗਦਾ ਹੈ। ਇਸ ਵੇਲੇ ਉੱਥੇ ਇੱਕ ਮੌਸਮ ਚੱਲ ਤੇ ਪੰਜਾਬ ਵਿੱਚ ਵੀ ਰਿਹਾ ਪਰ ਯੂਪੀ ਦੇ ਵਿੱਚ ਬੜਾ ਖਾਸ ਕਿਸਮ ਦਾ ਮੌਸਮ ਹੈ। ਉਹ ਮੌਸਮ ਹੈ ਡੱਡੂ ਛੜੱਪਿਆਂ ਦਾ। ਔਰ ਇਸ ਵੇਲੇ ਇੱਥੇ ਭਾਵੇਂ ਕਿ ਸਿਆਲ ਹੈ ਪਰ ਬਰਸਾਤ ਵਾਂਗ ਜਿਹੜਾ ਹੈ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਕੰਮ ਚੱਲ ਰਿਹਾ। ਸਭ ਤੋਂ ਵੱਧ ਜਿਹੜਾ ਹੈ ਡੱਡੂ ਟਪੂਸੀਆਂ ਮਾਰਨ ਦਾ ਕੰਮ ਉਹ ਭਾਜਪਾ ਦੇ ਵਿੱਚੋਂ ਦੂਸਰੀਆਂ ਪਾਰਟੀਆਂ ਨੂੰ ਹੋ ਰਿਹਾ ਜੀ। ਬਿਲਕੁਲ। ਕੁਝ ਬਸਪਾ ਵੱਲ ਨੂੰ ਤੇ ਸਮਾਜਵਾਦੀ ਪਾਰਟੀ ਵੱਲ ਨੂੰ। ਇੱਕ ਗੱਲ ਪੱਕੀ ਹੈ ਕਿ ਮੁੱਖ ਮੁਕਾਬਲਾ ਸਪਾ ਸਮਾਜਵਾਦੀ ਪਾਰਟੀ ਅਖਿਲੇਸ਼ ਯਾਦਵ ਤੇ ਯੋਗੀ ਆਦਿੱਤਿਆਨਾਥ ਦੇ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਹੈ। ਬਹੁਜਨ ਸਮਾਜ ਪਾਰਟੀ ਜੋ ਉੱਥੇ ਕਈ ਵਾਰ ਸਰਕਾਰ ਬਣਾ ਚੁੱਕੀ ਹੈ ਉਹ ਇਸ ਵਾਰੀ ਜਿਹੜੀ ਹੈ ਉਹ ਕੋਈ ਇੰਨੀ ਜ਼ਿਆਦਾ ਮਜ਼ਬੂਤ ਸਥਿਤੀ ਦੇ ਵਿੱਚ ਨਹੀਂ। ਕਾਂਗਰਸ ਆਪਣੀ ਖੁੱਸੀ ਹੋਈ ਸਿਆਸੀ ਗਰਾਊਂਡ ਜਿਹੜੀ ਹੈ ਉਸ ਨੂੰ ਹਾਸਲ ਕਰਨ ਲਈ ਅਜੇ ਵੀ ਹੱਥ ਪੈਰ ਮਾਰ ਰਹੀ ਹੈ। ਕਈ ਕਿਸਮ ਦੇ ਪੱਤੇ ਖੇਡੇ ਨੇ ਪਰ ਉਹ ਕੰਮ ਨਹੀਂ ਆ ਰਹੇ। ਬੀਬੀ ਪ੍ਰਿਯੰਕਾ ਗਾਂਧੀ ਨੇ ਲੋਕ ਸਭਾ ਵਿੱਚ ਵੀ ਜ਼ੋਰ ਲਾ ਕੇ ਵੇਖ ਲਿਆ, ਗੱਲ ਨਹੀਂ ਬਣ ਰਹੀ। ਹੁਣ ਯੂਪੀ ਦੀ ਅਸੀਂ ਗੱਲ ਕਰੀਏ। ਯੂਪੀ ਦੇ ਵਿੱਚ ਇਹ ਸਿਲਸਿਲਾ ਸ਼ੁਰੂ ਹੋਇਆ ਬਗਾਵਤੀ। ਉਸ ਦੇ ਵਿੱਚ ਸਵਾਮੀ ਪ੍ਰਸਾਦ ਮੌਰੀਆ ਜਿਹੜੇ ਸੀ ਉਹ ਯੋਗੀ ਆਦਿੱਤਿਆਨਾਥ ਦਾ ਸਾਥ ਛੱਡ ਕੇ ਪ੍ਰਮੁੱਖ ਸਿਆਸੀ ਸ਼ਰੀਕ ਜਿਹੜੀ ਉਹਨਾਂ ਦੀ ਸਮਾਜਵਾਦੀ ਪਾਰਟੀ ਸ਼ਾਮਲ ਹੋ ਗਏ। ਉਹ ਬਾਗੀ ਜਿੰਨੇ ਹੁਣ ਤੱਕ ਗਏ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਚਿਹਰਾ ਉਹਨਾਂ ਨੂੰ ਆਖਿਆ ਜਾ ਸਕਦਾ। 5 ਵਾਰੀ ਉਹ ਵਿਧਾਇਕ ਰਹੇ ਨੇ, MLA ਬਣੇ ਨੇ ਜੀ। ਤੇ ਬੀਜੇਪੀ ਵਿੱਚ ਤੇ ਕਿਸਮ ਦਾ ਭੁਚਾਲ ਆਇਆ। ਹੁਣ ਦਲ ਬਦਲੀ ਕੋਈ ਨਵੀਂ ਗੱਲ ਤਾਂ ਹੈ ਨਹੀਂ ਔਰ ਇਹ ਚੋਣਾਂ ਦੇ ਲਾਗੇ ਜਾ ਕੇ ਇਸ ਤਰ੍ਹਾਂ ਹੋ ਜਾਂਦਾ ਹੈ। ਸਭ ਤੋਂ ਵੱਡੀ ਉਦਾਹਰਨ ਇਸ ਵਾਰੀ ਜਦੋਂ ਡੈਲਟਾ ਵੇਰੀਐਂਟ ਦੀ ਵੱਡੀ ਲਹਿਰ ਭਾਰਤ ਵਿੱਚ ਚੱਲ ਰਹੀ ਸੀ ਉਦੋਂ ਜਿਹੜੀ ਹੈ ਬੰਗਾਲ ਦੇ ਵਿੱਚ ਦੇਖੀ ਗਈ ਸੀ ਕਿ ਮਮਤਾ ਬੈਨਰਜੀ ਦੀ ਪਾਰਟੀ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਕਿ ਜੇ ਕਿਤੇ ਥੋੜਾ ਸਮਾਂ ਪਹਿਲਾਂ ਹੋ ਜਾਂਦਾ ਤੇ ਸ਼ਾਇਦ ਸਰਕਾਰ ਵੀ ਨਾ ਬਚੀ ਰਹਿੰਦੀ ਮਮਤਾ ਬੈਨਰਜੀ ਦੀ। ਪਰ ਵੋਟਾਂ ਹੋਈਆਂ ਤੇ ਫਿਰ ਮਮਤਾ ਬੈਨਰਜੀ ਦੀ ਪਾਰਟੀ ਜਿੱਤ ਗਈ ਤੇ ਉਹਨਾਂ ਵਿੱਚੋਂ ਅੱਧੇ ਬਚੇ ਫਿਰ ਵਾਪਸ ਜਿਹੜੇ ਹਨ ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਆ ਗਏ ਜੀ। ਇਹਦਾ ਮਤਲਬ ਇਹ ਨਹੀਂ ਹੈ, ਹੁਣ ਇੱਥੋਂ ਸਾਬਤ ਇਹ ਹੁੰਦਾ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਲੋਕ ਜਿਹੜੇ ਹਨ ਜਿਸ ਪਾਰਟੀ ਵੱਲ ਨੂੰ ਝੁਕਾਅ ਹੋਵੇ ਜਾਂ ਜਿਹਨੂੰ ਛੱਡਣ ਲੱਗ ਪੈਣ ਉਸ ਦਾ ਅਰਥ ਇਹ ਕੱਢ ਲਿਆ ਜਾਵੇ ਕਿ ਇਹ ਪਾਰਟੀ ਹੁਣ ਜਿੱਤੇਗੀ ਨਹੀਂ। ਹੁਣ ਇਹ ਅੰਦਾਜ਼ਾ ਕੌਣ ਲਾ ਸਕਦਾ ਹੈ? ਇਹਦਾ ਮਤਲਬ ਇਹ ਹੈ ਸੁਲੀਨ ਕਿ ਜਿਹੜੇ ਲੋਕ ਸਭ ਕੁਝ ਦੇ ਸੈਂਟਰ ਵਿੱਚ ਹੁੰਦੇ ਨੇ ਜੀ, ਭਾਵ ਅਸੀਂ ਹੁਣ ਐਜ਼ ਐਨਾਲਿਸਿਸ ਜਿਹੜਾ ਅਸੀਂ ਪੰਜਾਬ ਦਾ ਜਾਂ ਯੂਪੀ ਦਾ ਕਰ ਸਕਦੇ ਹਾਂ ਪਰ ਜੇ ਕਿਸੇ ਹਲਕੇ ਦੇ ਵਿੱਚ ਵੜ ਕੇ ਦੇਖਣਾ ਜਿਸ ਵਿਅਕਤੀ ਨੇ ਉਸ ਕੋਲ ਸਾਰੇ ਸਮੀਕਰਨ ਹੁੰਦੇ ਨੇ। ਇੱਥੇ ਦਲਿਤ ਵੋਟ ਕਿੰਨੀ ਹੈ, ਇੱਥੇ ਕਿਹੜੇ ਕਿਹੜੇ ਮੁੱਦੇ ਨੇ, ਇੱਥੇ ਫਲਾਣੇ ਵਿਅਕਤੀ ਦੇ ਖਿਲਾਫ ਕੌਣ ਹੈ, ਕਿੰਨੇ ਕੁ ਲੋਕ ਉਹਦੇ ਵਿਅਕਤੀਗਤ ਸਪੋਰਟਰ ਨੇ, ਇੱਥੇ ਯੂਥ ਕਿੰਨਾ ਹੈ, ਸਾਰੀਆਂ ਗੱਲਾਂ ਦੀ ਕੈਲਕੂਲੇਸ਼ਨ ਹੁੰਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਲੋਕ ਉਸ ਵੇਲੇ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਮੌਕੇ ਤੇ ਗਏ ਉਹਨਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗਾ ਕਿ ਇੱਥੇ ਕੌਣ ਕੀ ਕਰ ਰਿਹਾ ਤੇ ਅਖੀਰ ਦੇ ਵਿੱਚ ਵੋਟਾਂ ਕਿਹਨੂੰ ਪੈ ਜਾਣਗੀਆਂ। ਲੋਕਾਂ ਦੀ ਨਬਜ਼ ਪਛਾਣਨ ਤੋਂ ਉਹ ਅਸਮਰੱਥ ਰਹੇ ਲੋਕ। ਪਰ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਹਨ ਇਹ ਕੁਝ ਲੋਕ ਜਿਹੜੇ ਆ ਰਹੇ ਨੇ ਇਸ ਦੇ ਬਾਰੇ ਰਾਜਨੀਤਿਕ ਮਾਹਰ ਜਿਹੜੇ ਨੇ ਉਹ ਇਹੋ ਹੀ ਕਹਿੰਦੇ ਨੇ ਕਿ ਇਸ ਗੱਲ ਦਾ ਮਤਲਬ ਜਿਹੜਾ ਹੈ ਅਸੀਂ ਇਹ ਬਿਲਕੁਲ ਕਦੇ ਨਹੀਂ ਲੈਣਾ ਚਾਹੀਦਾ ਕਿ ਧਾਰਨਾਵਾਂ ਤੇ ਸੱਚਾਈ ਜਿਹੜੀ ਹੈ ਇਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋ ਸਕਦਾ ਹੈ। ਅਸੀਂ ਸਿਰਫ ਇੱਕ ਧਾਰਨਾ ਬਣਾ ਸਕਦੇ ਹਾਂ ਪਰ ਗੁੰਝਲਦਾਰ ਇਹ ਸਿਸਟਮ ਹੈ ਸਾਡਾ। ਇੱਥੇ ਲੋਕਾਂ ਨੇ ਕਿਹੜੀ ਗੱਲ ਤੋਂ ਕਿਵੇਂ ਵੋਟ ਪਾ ਦੇਣੀ ਹੈ। ਯੂਪੀ ਦੇ ਵਿੱਚ ਅਸਲ ਵਿੱਚ ਜੋ ਬ੍ਰਾਹਮਣ ਸਮਾਜ ਹੈ, ਜਾਟ ਹੈ, ਦਲਿਤ ਭਾਈਚਾਰਾ ਹੈ, ਇਹ ਸਾਰੀਆਂ ਜਾਤੀਵਾਦ ਦੀਆਂ ਜਿਹੜੀਆਂ ਕੈਲਕੂਲੇਸ਼ਨਾਂ ਹਨ ਜਦੋਂ ਇਹਨਾਂ ਤੇ ਨਿਗਾਹ ਮਾਰ ਲਈ ਜਾਵੇ ਤੇ ਫਿਰ ਸਰਕਾਰਾਂ ਦੇ ਥੰਮ ਹਿੱਲ ਜਾਂਦੇ ਨੇ ਜੀ। ਜੋ ਪਾਰਟੀਆਂ ਸਰਕਾਰ ਬਣਾਉਣ ਦੀ ਤਾਕ ਵਿੱਚ ਹੁੰਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਹੈ ਸ਼ਾਮ ਤੱਕ ਕਿ ਸਾਡੀ ਸਰਕਾਰ ਭਲਕੇ ਪਰਸੋਂ ਨੂੰ ਬਣ ਜਾਣੀ ਹੈ ਉਹਨਾਂ ਦੇ ਹੱਥ ਕੁਝ ਵੀ ਨਹੀਂ ਆਉਂਦਾ ਜਦੋਂ ਜਾਤੀਵਾਦ ਦਾ ਪੱਤਾ ਚੱਲ ਜਾਂਦਾ ਜੀ। ਹੁਣ ਜਿਹੜੀ ਰਾਜਨੀਤੀ ਇਸ ਵੇਲੇ ਯੋਗੀ ਆਦਿੱਤਿਆਨਾਥ ਕਰ ਰਹੇ ਨੇ 80-20 ਵਾਲੀ
ਮੈਂ ਤੇ ਉਹ ਅਸੀਂ ਤੇ ਉਹ ਲਫ਼ਜ਼ ਵਰਤਣ ਤੋਂ ਵੀ ਘਬਰਾਉਂਦੇ ਆ ਕਿ ਕਿਹੜੇ ਲਫ਼ਜ਼ ਉਹਨਾਂ ਨੇ ਵਰਤੇ ਨੇ। ਉਹ 80 ਕਿਹਨੂੰ ਕਹਿ ਰਹੇ ਨੇ ਤੇ 20 ਕਿਸ ਨੂੰ ਆਖ ਰਹੇ ਨੇ ਤੇ ਕਿਸ ਨੂੰ ਮੋਟੀਵੇਟ ਕਰ ਰਹੇ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਲੋਕਤੰਤਰ ਦੇ ਵਿੱਚ ਵੜ ਗਈਆਂ ਨੇ, ਇਹ ਅਨਫੋਰਚੂਨੇਟਲੀ ਸਾਡਾ ਇਹਨਾਂ ਤੋਂ ਛੇਤੀ ਖੜਾ ਛੁੱਟਣ ਵਾਲਾ ਨਹੀਂ। ਪਰ ਯੂਪੀ ਦੇ ਵਿੱਚ ਜਿੰਨੇ ਦਲ ਬਦਲੀ ਹੋ ਰਹੇ ਨੇ, ਉਹ 403 ਦੇ ਵਿੱਚੋਂ 300 ਤੋਂ ਵੱਧ ਸੀਟਾਂ ਵਾਲੀ ਕਹਾਣੀ ਹੁਣ ਜਾਪਦੀ ਨਹੀਂ। ਟੱਕਰ ਸਖਤ ਹੈ, ਪਰ ਜੋਗੀ ਕੁਰਸੀ ਤੇ ਅਜੇ ਬੈਠੇ ਹੋਏ ਹਨ ਚੌਂਕੜ ਮਾਰ ਕੇ। ਉਹਨਾਂ ਨੂੰ ਸੱਜੇ ਕਿਤੇ ਲਾਉਣਾ ਜਿਹੜਾ ਹੈ ਉਹ ਸੰਭਵ ਨਹੀਂ ਹੋਵੇਗਾ। ਪਰ ਅਖਿਲੇਸ਼ ਯਾਦਵ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਤੇ ਵਿਧਾਇਕਾਂ ਦਾ ਜਾਣਾ ਯੂਪੀ ਦੇ ਵਿੱਚ ਕੋਈ ਨਵੀਂ ਗੱਲ ਵੀ ਨਹੀਂ। ਪਰ ਲੋਕਾਂ ਦੀ ਨਬਜ਼ ਜਾਤੀਵਾਦ ਦੇ ਆਧਾਰ ਤੇ ਜਾਂ ਧਰਮ ਦੇ ਆਧਾਰ ਤੇ ਜਿਹੜੀ ਪਾਰਟੀ ਨੇ ਫੜ ਲਈ ਤੇ ਲੋਕਾਂ ਨੂੰ ਮੋਟੀਵੇਟ ਕਰ ਲਿਆ ਤੇ ਲੋਕਾਂ ਨੂੰ ਇਮੋਸ਼ਨਲ ਕਰਕੇ ਵੋਟਾਂ ਲੈ ਲਈਆਂ, ਉਹ ਇਸ ਵਾਰੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਣਗੇ। ਜੀ ਕੁਲਦੀਪ ਜੀ, ਮੈਂ ਯੂਪੀ ਦੇ ਵਿੱਚ ਬਸਪਾ ਦੀ ਗੱਲ ਵੀ ਥੋੜੇ ਲਫ਼ਜ਼ਾਂ 'ਚ ਜ਼ਰੂਰ ਕਰਨਾ ਚਾਹੂੰਗੀ। ਉਹਨਾਂ ਨੇ ਵੀ ਅੱਜ 53 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ, ਪਰ ਬਸਪਾ ਸੁਪਰੀਮੋ ਮਾਇਆਵਤੀ ਆਪ ਨਹੀਂ ਕੁੱਦਰੇ ਮੈਦਾਨ ਦੇ ਵਿੱਚ। ਉਹ ਕਹਿੰਦੇ ਨੇ ਕਿ ਮੈਂ ਇਸ ਵਾਰੀ ਚੋਣਾਂ ਲੜਨੀਆਂ ਨਹੀਂ, ਲੜਾਉਣੀਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਫੈਸਲੇ ਨੂੰ? ਮਾਇਆਵਤੀ ਜਿਹੜੇ ਹਨ ਉਹ ਵੀ ਸਿਆਸੀ ਗਰਾਊਂਡ ਥੋੜ੍ਹੀ ਜਿਹੀ ਉਹਨਾਂ ਦੀ ਉਖੜੀ ਹੋਈ ਹੈ। ਪੰਜਾਬ ਦੇ ਵਿੱਚ ਭਾਵੇਂ ਮਾਇਆਵਤੀ ਜੀ ਨੇ ਆਪਣਾ ਸਮਝੌਤਾ ਤੇ ਕਰ ਲਿਆ ਅਕਾਲੀ ਦਲ ਨਾਲ, ਪਰ ਨਾਲ ਦੀ ਨਾਲ ਲੋਕਲ ਬਸਪਾ ਦੇ ਆਗੂ ਪੰਜਾਬ ਦੇ ਜਿਹੜੇ ਸੀ ਇੰਨੇ ਸਾਲਾਂ ਤੋਂ ਪਾਰਟੀ ਨਾਲ ਲੱਗੇ ਹੋਏ ਸੀ, ਉਹਨਾਂ ਦੀ ਨਾਰਾਜ਼ਗੀ ਵੀ ਵੇਖਣ ਨੂੰ ਮਿਲੀ ਜੀ ਕਿ ਮਾਇਆਵਤੀ ਨੇ ਉੱਪਰੋਂ ਸਮਝੌਤਾ ਕਰ ਲਿਆ ਤੇ ਸਾਡੇ ਤੱਕ ਜਿਹੜਾ ਹੈ ਉਹ ਗੱਲ ਆਉਣ ਨਹੀਂ ਦਿੱਤੀ। ਮਾਇਆਵਤੀ ਦੀ ਸਮੱਸਿਆ ਇਹੋ ਰਹੀ ਹੈ ਕਿ ਕਲਟ ਜਿਹੜਾ ਹੈ ਇੱਕ ਫਿਗਰ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਦਲਿਤ ਕੀ ਬੇਟੀ ਦਾ ਨਾਮ ਚਲਾ ਕੇ ਉਹਨਾਂ ਨੇ ਆਪਣੇ ਬੁੱਤ ਲਗਵਾਏ, ਆਪਣੇ ਗਲਾਂ ਦੇ ਵਿੱਚ ਵੱਡੇ ਵੱਡੇ ਨੋਟਾਂ ਦੇ ਹਾਰ ਪਵਾਏ ਤੇ ਆਪਣੇ ਤੇ ਵੱਡੇ ਖਰਚੇ ਤੇ ਆਪਣਾ ਇੱਕ ਜਿਹੜਾ ਇੱਕ ਇਮੇਜ ਹੈ ਉਸ ਨੂੰ ਵੱਡਾ ਬਣਾ ਕੇ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਨਾਲੋਂ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਇੱਕ ਆਪਣੇ ਇਮੇਜ ਨੂੰ ਵੱਡਾ ਉਭਾਰ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਜੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਵਾਰੀ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਹੈ, ਕਿਉਂਕਿ ਐਕਸਪੀਰੀਅੰਸ ਬਹੁਤ ਨੇ, ਉਹਨਾਂ ਨੂੰ ਭਲੀ ਭਾਂਤ ਪਤਾ ਹੈ ਕਿ ਕਿੱਥੇ ਕੀ ਹੋਣ ਵਾਲਾ ਹੈ। ਉਹਨਾਂ ਨੂੰ ਆਪਣੀ ਇੱਕ ਕੋਈ ਪੈਰ ਉਹਨਾਂ ਦੇ ਕਿਤੇ ਵੱਜੇ ਨਹੀਂ ਔਰ ਉਹ ਇਸ ਗੱਲ ਤੋਂ ਘਬਰਾ ਕੇ ਉਹਨਾਂ ਨੇ ਚੋਣਾਂ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਕਿ ਲੜ ਕੇ ਬਹੁਤਾ ਜ਼ੋਰ ਲਗਾ ਕੇ ਜਿਹੜਾ ਹੈ ਬੇਇੱਜ਼ਤ ਹੋਣ ਨਾਲੋਂ ਬਿਹਤਰ ਇਹੀ ਹੈ ਕਿ ਸਾਈਡ ਤੇ ਰਹੀਏ ਤੇ ਫਿਰ ਉਹ ਲੜਾਉਣੀਆਂ ਨੇ ਚੋਣਾਂ ਵਾਲੀ ਗੱਲ ਜਿਹੜੀ ਸਾਹਮਣੇ ਆ ਜਾਂਦੀ ਹੈ। ਪਰ ਜੇ ਬਸਪਾ ਕਿਸੇ ਸਮੀਕਰਨ ਦੇ ਵਿੱਚ ਆ ਜਾਂਦੀ ਹੈ, ਉੱਥੇ ਜੇ ਕੋਈ ਮਾਈਨੋਰਟੀ ਸਰਕਾਰ ਬਣ ਜਾਂਦੀ ਹੈ ਤੇ ਫਿਰ ਮਾਇਆਵਤੀ ਜੀ ਪੂਰੇ ਜ਼ੋਰ ਸ਼ੋਰ ਨਾਲ ਅੱਗੇ ਹੋਣਗੇ। ਤੁਸੀਂ ਦੇਖਦੇ ਰਹੋ। ਜੀ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਂ ਖਤਮ ਹੁੰਦਾ ਹੈ। ਕੁਲਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਅੱਜ ਦੇ ਪ੍ਰੋਗਰਾਮ 'ਚ ਸਾਡਾ ਸਾਥ ਦਿੱਤਾ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।